कि मेरी जी लाइफ है बदल लेनी है। वो सारा बर्बाद हो गया मेरा, बच्चों का होर सारा कैरियर जी। तो बदलनी तो है नहीं कि मैनू लिख तो सकता। पहला कहानी बाहर चलती सी, अज कहानी अंदर चल रही व्यक्ति की। बहुतिया कहानियां मेरे लकीर छपिया ने ते प्रेम प्रकाश से लकीर तो उस वेले ये सी ਉਹਦੇ छापना बहुत वड्डी गल सी। ते जिहड़ी कहानी लिखनी सीखी मैं या मैनू गाइडेंस कोई नहीं मिली, मैं टक्करा मार मार के सीखी। प्रेम प्रकाश का जो मेरे को लैटर आया कह रहा तू लेखक किवें बन गया, हुण तक तो कह रहा तेरा पता ही नहीं सी है। 5 कहानी संग्रह मेरे आ चुके हैं। ਇਹਦੇ ਵਿੱਚ ਪਹਿਲਾ ਪਿੰਡ ਜਿਉਂਦਾ ਹੈ, ਦੂਜਾ ਮੇਰੇ ਦੇ ਵਾਸੀ। ਕਿ ਆਖਰ ਮੇਰੇ ਕਹਾਣੀ ਵਿੱਚ ਕੀ ਕਹਿਣਾ ਚਾਹੁੰਦਾ ਜਾਂ ਮੇਰੀ ਕਹਾਣੀ ਨੂੰ ਕਿਸ ਤਰ੍ਹਾਂ ਦੇਖਿਆ ਜਾਂਦਾ ਕਿ ਜਿਹੜੇ 12 ਕਾਸਟਾਂ ਨੇ ਇਹ ਮੌਰੂਸੀ ਨੇ, ਬਾਕੀ ਗੈਰ ਮੌਰੂਸੀ, ਬਾਕੀ ਖੇਤੀ ਨਹੀਂ ਕਰ ਸਕਦੇ। ਰਿਗਵੇਦ ਦੇ ਵਿੱਚ ਇੱਕ ਯਮ ਤੇ ਯਮਨੀ ਦੀ बड़ा लंबा संवाद है। ਉਹਦੀ ਜਿਹੜੀ ਯਮਨੀ ਹੈ ਉਹ ਆਪਣੇ ਭਰਾ ਨੂੰ ਕਹਿੰਦੇ ਤੂੰ ਮੇਰੇ ਨਾਲ ਵਿਆਹ ਕਰਾ ਲੈ। ਕਾਲ ਕਾਲਾਂਤਰ ਕਹਾਣੀ ਜਿਹੜੀ ਇਹ ਸਮੇਂ ਨੂੰ 4 ਭਾਗਾਂ 'ਚ ਬਣਦੀ ਹੈ ਜੀ। ਰਿਗਵੇਦ ਕਾਲ, ਉੱਤਰ ਵੈਦਿਕ ਕਾਲ, ਲੁਕਾਇਤ ਬੁੱਧ ਕਾਲ ਤੇ ਮਨੁਸਮ੍ਰਿਤੀ ਕਾਲ। ਪਹਿਲੀ ਗੱਲ ਤਾਂ ਇਹ ਹੈਗੀ ਕਿ ਜਿਹੜੇ ਦੇਵਤੇ ਨੇ ਰਿਗਵੇਦ ਦੇ वो प्राकृतिक देवते, सूरज, चंद्रमा, ਤੁਹਾਨੂੰ ਪਤਾ ਹੀ ਹੈ, ਪ੍ਰਿਥਵੀ, ਅਗਨੀ, ਪਾਣੀ। ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਰਨਵੀਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਸਾਹਿਤ ਦੇ ਸੰਗ। ਤੇ ਸਾਹਿਤ ਦੇ ਸੰਗ ਪ੍ਰੋਗਰਾਮ ਦੇ ਵਿੱਚ ਅੱਜ ਮੈਂ ਹਾਂ ਪਿੰਡ ਸਿਆਲਵਾ, ਜਿੱਥੋਂ ਦੇ ਲੇਖਕ ਸਰੂਪ ਸਿਆਲਵੀ ਜੀ ਲੰਮੇ ਅਰਸੇ ਤੋਂ ਕਲਮ ਦੇ ਨਾਲ ਜੁੜੇ ਹੋਏ ਨੇ। ਕਹਾਣੀ ਲਿਖਦੇ ਨੇ। ਕਹਾਣੀ ਮਨੋਰੰਜਨ ਨਹੀਂ ਰਹੀ, ਸਗੋਂ ਕਿ ਸਮਾਜ ਦੇ ਵਿੱਚ ਜੋ ਕੁਝ ਵਿਚਰ ਰਿਹਾ ਉਸ ਨਾਲ ਜੋੜ ਕੇ ਲਿਖਦੇ ਨੇ। ਉਹਨਾਂ ਦੀਆਂ ਕਈ ਕਹਾਣੀਆਂ ਦੇ ਨਾਂ ਜਿਵੇਂ ਹਨੇਰੇ ਦੇ ਲੋਕ ਅਜਿਹੀਆਂ ਲਿਖਤਾਂ ਨੇ ਜਿਸ ਨੇ ਸਮਾਜ ਦੇ ਵਿੱਚ ਜੋ ਊਣਤਾਈਆਂ ਨੇ, ਜਿਸ ਲੋਕਾਂ ਨੂੰ ਜਿਨ੍ਹਾਂ ਕਹਿ ਦਈਏ ਵਿਚਰ ਰਹੇ ਸਮਾਜਿਕ ਪ੍ਰਾਣੀਆਂ ਨੂੰ ਇੱਕ ਤਰੀਕੇ ਦੇ ਨਾਲ ਸੋਸ਼ਲ ਲਾਈਫ ਤੋਂ ਪਰੇ ਹਟਾ ਦਿੱਤਾ। ਸੋ ਉਹਨਾਂ ਦੀ ਗੱਲ ਉਹ ਕਰਦੇ ਨੇ। 1995 ਦੇ ਵਿੱਚ ਉਹਨਾਂ ਦੇ ਲਿਖਣ ਦਾ ਸਫ਼ਰ ਜਿਹੜਾ ਸ਼ੁਰੂ ਹੁੰਦਾ ਅਤੇ 2001 ਦੇ ਵਿੱਚ ਉਹਨਾਂ ਦੀ ਪਹਿਲੀ ਕਿਤਾਬ ਆਉਂਦੀ ਹੈ। ਸੋ ਚੱਲ ਲਿਖਣ ਦਾ ਜਿਹੜਾ ਸਫ਼ਰ ਆ ਉਹ ਚੱਲਦਾ ਹੁੰਦਾ। ਹੁਣ ਤੱਕ ਤਕਰੀਬਨ ਉਹਨਾਂ ਦੇ 5 ਦੇ ਕਰੀਬ ਕਹਾਣੀ ਸੰਗ੍ਰਹਿ ਆ ਚੁੱਕੇ ਨੇ ਅਤੇ ਲਿਖਣਾ ਉਹਨਾਂ ਦਾ ਜਾਰੀ ਹੈ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ ਉਹਨਾਂ ਦੀ ਜ਼ਿੰਦਗੀ ਦੇ ਸਫ਼ਰ ਦੇ ਬਾਰੇ ਅਤੇ ਨਾਲ ਦੀ ਨਾਲ ਉਹਨਾਂ ਦੇ ਕਲਮ ਦੇ ਸਫ਼ਰ ਬਾਰੇ। ਸੋ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ। ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸੈਲਵੀ ਸਾਹਿਬ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਅਤੇ ਸਵਾਗਤ ਕਰਦੇ ਹਾਂ ਪ੍ਰੋਗਰਾਮ ਸਾਹਿਤ ਦੇ ਸੰਗ ਵਿੱਚ ਜੀ। ਧੰਨਵਾਦ ਜੀ। ਅਤੇ ਸੈਲਵੀ ਸਾਹਿਬ, ਜਿਵੇਂ ਤੁਹਾਡਾ ਕਲਮ ਦੀ ਸਫ਼ਰ ਦੀ ਜੇਕਰ ਗੱਲ ਕਰੀਏ, ਤੁਸੀਂ ਦੱਸਿਆ ਵੀ 1995 ਤੁਸੀਂ ਲਿਖਣਾ ਸ਼ੁਰੂ ਕੀਤਾ, 2001 ਵਿੱਚ ਤੁਹਾਡੀ ਕਿਤਾਬ ਆਉਂਦੀ ਹੈ ਅਤੇ ਫਿਰ ਚੱਲ ਜਿਹੜਾ ਸਿਲਸਿਲਾ ਚਲਿਆ ਜਾਂਦਾ। ਗੱਲ ਇਹ ਵੀ ਜਿਹੜੀ ਕਹਾਣੀ ਇੱਕ ਅਜਿਹੀ ਵਿਧਾ, 3 ਵਿਧਾਵਾਂ ਨੇ ਜ਼ਿਆਦਾਤਰ, ਜਿਹੜੀ ਇੱਕ ਆਪਾਂ ਕਹਿ ਦਈਏ ਕਵਿਤਾ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਲਿਖਿਆ ਜਾਂਦਾ, ਫਿਰ ਕਹਾਣੀ ਅਤੇ ਨਾਵਲ ਦਾ ਜਿਹੜਾ ਦੂਜੇ ਨੰਬਰ 'ਤੇ ਨਾਂ ਆ ਜਾਂਦਾ। ਹੁਣ ਕਹਾਣੀ ਹੁੰਦਾ, ਇੱਕ ਤਾਂ ਛੋਟੀ ਕਹਾਣੀ ਹੁੰਦੀ ਹੈ, ਇੱਕ ਥੋੜ੍ਹੀ ਜਿਹੀ ਲੰਬੀ ਕਹਾਣੀ ਚੱਲ ਜਾਂਦੀ ਹੈ, ਕਿਉਂਕਿ ਕਈ ਵਾਰ ਲੇਖਕ ਨੂੰ ਲੱਗਦਾ ਹੈ ਕਿ ਉਹ ਥੋੜ੍ਹੇ ਸ਼ਬਦਾਂ ਵਿੱਚ ਆਪਣੀ ਗੱਲ ਨਹੀਂ ਕਰ ਸਕਦਾ ਅਤੇ ਜਦ ਤੱਕ ਉਹਦੀ ਖੁਦ ਦੀ ਤਸੱਲੀ ਨਾ ਹੋਵੇ ਸ਼ਾਇਦ ਪਾਠਕ ਦੀ ਤਸੱਲੀ ਉਹ ਨਾ ਕਰਾ ਸਕੇ। ਸੋ ਇਹ ਜੋ ਕਹਾਣੀ ਦੇ ਸਫ਼ਰ ਆ ਤੁਹਾਡਾ, ਇਹ ਕਦ ਤੋਂ ਸ਼ੁਰੂ ਹੁੰਦਾ ਅਤੇ ਪਹਿਲੀ ਕਿਤਾਬ ਤੱਕ ਦਾ ਸਫ਼ਰ ਅਤੇ ਉਸ ਤੋਂ ਪਿੱਛੇ ਕਿਵੇਂ ਜੋ ਸਬੱਬ ਬਣਿਆ ਉਹਦੇ ਬਾਰੇ ਸਾਡੇ ਨਾਲ ਜ਼ਰੂਰ ਸਾਂਝ ਪਾਓ। ਅਸਲ 'ਚ ਮੈਂ ਇੱਕ ਬੰਬ ਸਮੂਹ ਵਿੱਚ ਕੰਮ ਕਰਦਾ ਸੀ ਜੀ। ਇੰਨਾ ਕੰਮ ਕੀਤਾ ਉਹਦੇ ਵਿੱਚ, ਅਤੇ ਕਹਾਣੀ ਦੇ ਵਿੱਚ ਵੀ ਆਏਗਾ ਅੱਗੇ ਕਿ ਉਹਦੇ ਵਿੱਚ ਇੱਕ ਖੜੋਤ ਆ ਗਈ। ਜਿਹੜੇ ਪੰਜਾਬ ਦੇ ਪ੍ਰਧਾਨ ਸੀ ਜੀ, ਉਹ ਉਹਦੇ ਵਿੱਚ ਬੇਦਾਵਾ ਦੇ ਗਏ ਇੱਕ ਤਰ੍ਹਾਂ ਨਾਲ। ਬੇਦਾਵਾ ਕਹਾਣੀ ਮੈਂ ਲਿਖੀ ਇਹਦੇ ਵਿੱਚ ਇੱਕ, ਅਤੇ ਉਹਦੇ ਆਉਣ ਨਾਲ ਮੈਂ ਡਿਪਰੈਸ਼ਨ ਵਿੱਚ ਚਲਾ ਗਿਆ, ਸੱਚੀ ਗੱਲ ਜਿਹੜੀ ਹੈ ਜੀ। ਕਿਉਂਕਿ ਮੈਂ ਇੱਕੋ ਇੱਕ ਮੇਰਾ ਮਕਸਦ ਜ਼ਿੰਦਗੀ ਦਾ ਸੀ, ਉਹ ਪੂਰਾ ਨਹੀਂ ਹੋ ਸਕਿਆ, ਪਿੱਛੇ ਚਲੇ ਗਿਆ ਜੀ। ਅਤੇ ਇੰਨਾ ਡਿਪਰੈਸ਼ਨ ਵਿੱਚ ਮੈਂ ਚਲੇ ਗਿਆ, ਮੈਨੂੰ ਡਿਪਰੈਸ਼ਨ ਦਾ ਪਤਾ ਵੀ ਨਹੀਂ ਸੀ ਉਦੋਂ। ਖਿਜ਼ਰਾਬਾਦ ਸਕੂਲ ਦੇ ਵਿੱਚ ਲੰਘਦੇ ਗਰਾਊਂਡ 'ਚ ਜਾਂਦੇ, ਮੈਨੂੰ ਪਤਾ ਵੀ ਕਿਤੇ ਡਿੱਗੇ ਨਾ ਜਾਵਾਂ। ਅਖੀਰ 'ਚ 94 ਦੇ ਅਖੀਰ 'ਚ ਮੈਂ ਇਹ ਸੋਚਿਆ ਕਿ ਮੇਰੀ ਜਿਹੜੀ ਲਾਈਫ ਹੈ ਬਦਲ ਲੈਣੀ ਹੈਗੀ। ਉਹ ਸਾਰਾ ਬਰਬਾਦ ਹੋ ਗਿਆ ਮੇਰਾ, ਬੱਚਿਆਂ ਦਾ ਹੋਰ ਸਾਰਾ ਕੈਰੀਅਰ ਜੀ, ਅਤੇ ਬਦਲਣੀ ਤਾਂ ਹੈ ਨਹੀਂ ਕਿ ਮੈਨੂੰ ਲਿਖ ਤਾਂ ਸਕਦਾ
ਇੰਨੀ ਮਨ ਤੋਂ ਜਦੋਂ ਗੱਲ ਆਈ ਤਾਂ ਉੱਥੇ ਮੇਰੇ ਮਨ ਵਿੱਚ ਇੱਕ ਕਹਾਣੀ ਘੁੰਮਣ ਲੱਗੀ ਜੀ। ਉਹ ਕਹਾਣੀ ਇਸ ਤਰ੍ਹਾਂ ਸੀ, ਉਹ ਰੇਪ ਕਹਾਣੀ ਹੈ ਜਿਹੜੀ ਸਭ ਤੋਂ ਪਹਿਲਾਂ ਲਕੀਰ ਵਿੱਚ ਛਪੀ ਸੀ ਅਪ੍ਰੈਲ ਜੂਨ 1995 'ਚ। ਠੀਕ ਹੈ। ਅਤੇ ਇਸ ਤੋਂ ਬਾਅਦ ਇਹ ਉਹਦੇ ਵਿੱਚ ਮਾਂ ਬੋਲੀ ਇੱਕ ਮੈਗਜ਼ੀਨ ਛਪਦਾ ਜੀ ਲਾਹੌਰ ਤੋਂ, ਉਹਦੇ ਛਪ ਗਈ ਲਿਪੀਅੰਤਰ ਹੋ ਕੇ ਜੀ, ਅਤੇ ਅੱਜ ਤੱਕ ਬਹੁਤ ਵਾਰ ਛਪ ਰਹੀ ਹੈ। ਇਹਦੇ ਬਾਰੇ ਮੈਂ ਥੋੜ੍ਹਾ ਤੁਹਾਨੂੰ ਪਹਿਲਾਂ ਦੱਸ ਦੇਵਾਂ ਜੀ, ਜ਼ਰੂਰ। ਇਹ ਕਹਾਣੀ ਮੈਂ ਰਚਨਾ ਪ੍ਰਕਿਰਿਆ ਕੀ ਸੀ, ਕਿਵੇਂ ਲਿਖੀ ਹੈ। ਜੀ ਜੀ ਜੀ। ਇਸ ਤਰ੍ਹਾਂ ਹੈ ਕਿ ਇੱਕ ਸਕੂਲ ਦੇ ਲੜਕੇ ਅਤੇ ਲੜਕੀਆਂ ਦੀ ਫੁੱਟਬਾਲ ਟੀਮ ਜਿਹੜੀ ਉਹ ਫਸਟ ਆ ਜਾਂਦੀ ਜ਼ਿਲ੍ਹੇ 'ਚ। ਉਹਦੇ ਵਿੱਚ ਇੱਕ ਸੁਖਜੀਤ ਹੈ ਜਿਹੜੀ ਜ਼ਿਮੀਂਦਾਰਾਂ ਦੀ ਕੁੜੀ ਹੈ, ਇੱਕ ਜਿਹੜਾ ਜਸਵੀਰ ਹੈ, ਸੁਖਜੀਤ ਇੱਕ ਮੁੰਡਾ ਜਿਹੜਾ ਕਿ ਦਲਿਤਾਂ ਦਾ ਹੈਗਾ। ਇਹ ਦੋਵੇਂ ਉਹਦੇ ਜਿਹੜੀ ਟੀਮ ਹੈ ਉਹਦੇ ਕਮਾਂਡਰ ਨੇ। ਤਾਂ ਇਹ ਜਿਹੜੀ ਜਸਵੀਰ ਹੈ ਇਹਦੇ ਮਨ 'ਚ ਗੱਲ ਆਉਂਦੀ ਹੈ, ਕਿਉਂਕਿ ਕਲਾਸ ਕਰੈਕਟਰ ਹੈ, ਕਿ ਕਿਉਂ ਨਾ ਜੇ ਮੈਂ ਸੁਖਜੀਤ ਨੂੰ ਹਰਾ ਦੇਵਾਂ ਜੀ ਤਾਂ ਸਾਰੇ ਜ਼ਿਲ੍ਹੇ ਦੇ ਮੁੰਡਿਆਂ ਦੀ ਮੇਰੀ ਝੰਡੀ ਹੋ ਚੁੱਕੀ, ਕਿਉਂਕਿ ਉਹ ਟੀਮ ਜਿੱਤੀ ਹੋਈ ਹੈ ਜੀ। ਉਹਨੇ ਆਪਣੇ ਜਿਹੜਾ ਗਰਾਊਂਡ ਬਣਿਆ ਸੀ ਘਰ 'ਚ ਉਹਨੂੰ ਖੇਡਣ ਲਾ ਲਿਆ, ਅਤੇ ਖੇਡਦੇ ਖੇਡਦੇ ਪਹਿਲਾਂ ਤਾਂ ਉਹ ਪੁਆਇੰਟ 'ਚ ਦੇ ਗਿਆ। ਜਦੋਂ ਖਿੱਚ ਜੀ ਉਹਦੀ ਕਰਨ ਲੱਗਿਆ ਤਾਂ ਉਹਨੇ ਹੱਥ ਮਿਲਾ ਕੇ ਚਲੇ ਗਏ। ਹੁਣ ਜਿਹੜੀ ਜਸਵੀਰ ਹੈ ਇਹ ਕਾਲਜ ਪੜ੍ਹਨ ਲੱਗ ਗਈ ਜੀ। ਜਿਹੜਾ ਸੁਖਜੀਤ ਆ ਉਹ ਦਿਹਾੜੀ ਜੋਤਾ ਕਰਨ ਲੱਗ ਗਿਆ। ਤਾਂ ਜਦੋਂ ਉਹ ਲੰਘਦੇ ਕੋਲ ਨੂੰ ਤਾਂ ਉਹਦੇ ਵਿੱਚ ਉਹਦੇ ਮਜ਼ਾਕ ਉਡਾਉਂਦੀ ਉਹਦਾ ਵੀ ਮੇਰਾ ਖੇਡਣਾ ਕਬੱਡੀ ਬਾਡੀ ਹੁਣ। ਉਹਨੂੰ ਇੱਕ ਨੰਬਰ ਲੈਣ ਵਰਗਾ ਸਵਾਦ ਆਉਂਦਾ ਜੀ। ਅਤੇ ਹੌਲੀ ਹੌਲੀ ਇੱਕ ਘਟਨਾ ਵਾਪਰ ਜਾਂਦੀ ਹੈ। ਇਸ ਤਰ੍ਹਾਂ ਹੈ ਕਿ ਜਿਹੜਾ ਇਹਦਾ ਜਸਵੀਰ ਦੇ ਘਰ ਸੁਖਜੀਤ, ਉਹਦੀ ਭੈਣ ਅਤੇ ਇਹਦੀ ਮਾਂ ਆਉਂਦੀ ਆ। ਉਹ ਜਿਹੜਾ ਇਹਦਾ ਭਰਾ ਹੈਗਾ ਜਿਹਨੂੰ ਕਹਿੰਦੇ ਕਮਲਾ ਜਿਹਾ ਜੀ, ਉਹਨੂੰ ਛੇੜਛਾੜ ਕਰ ਦਿੰਦਾ ਉਹਦੇ ਨਾਲ। ਹੁਣ ਛੇੜਛਾੜ ਜਿਹੜੀ ਕਰਦਾ ਇਹਦੀ ਵੀ ਸਭ ਤੋਂ ਵੱਡੀ ਗੱਲ ਹੈ, ਇਹ ਜਿਹੜੀ ਸੁਖਜੀਤ ਹੈ, ਜਿਹੜੀ ਲੜਕੀ ਹੈ, ਇਹ ਕਾਲਜ ਦੇ ਵਿੱਚ ਜਾਂਦੀ ਹੈ। ਕਾਲਜ ਵਿੱਚ ਇਹਨਾਂ ਨੇ ਰੇਪਿਸਟਾਂ ਤੋਂ ਵਿਰੁੱਧ ਖਿਲਾਫ ਕਈ ਜਲੂਸ ਕੱਢੇ ਨੇ। ਉਹ ਕਹਿੰਦੇ ਜਦ ਹੀ ਖਬਰ ਛਪੇਗੀ ਤਾਂ ਮੇਰੀ ਉਹਦੇ ਵਿੱਚ ਕੀ ਇੱਜ਼ਤ ਰਹੇਗੀ, ਤੇਰੇ ਭਰਾ ਨੇ ਇੱਦਾਂ ਕਰਤਾ ਜੀ। ਤਾਂ ਉਸ ਤੋਂ ਬਾਅਦ ਉਹ ਉਹਦੇ ਘਰ ਜਾਂਦੀ ਹੈ ਜੀ। ਉਹਦੇ ਘਰ ਵਿੱਚ ਕਹਿੰਦੀ ਹੈ ਵੀ ਤੂੰ ਕੱਲ੍ਹ ਨੂੰ ਖੇਤ ਵਿੱਚ ਆਈ, ਕਿਉਂਕਿ ਸੀਰੀ ਵੀ ਹੈ ਉਹਨਾਂ ਦਾ। ਅਤੇ ਦੂਸਰੇ ਦਿਨ ਉਹ ਆਪ ਉੱਥੇ ਚਲੀ ਜਾਂਦੀ ਹੈ। ਆਪ ਜਾ ਕੇ ਉੱਥੇ ਅਤੇ ਉਹਨਾਂ ਗੱਲਾਂ ਕਰਦੀ ਹੈ ਕਿ ਤੂੰ ਮੇਰਾ ਜਮਾਤੀ ਸੀ, ਇਸ ਤਰ੍ਹਾਂ ਸੀ ਅਸੀਂ। ਉਹ ਕਹਿੰਦਾ ਕਿਸ ਤਰ੍ਹਾਂ, ਫਿਰ ਉਹ ਪਿਆਰ ਦੀਆਂ ਗੱਲਾਂ ਕਰਨ ਲੱਗ ਜਾਂਦੀ ਹੈ ਜੀ। ਅਖੀਰ 'ਚ ਉਹ ਚਾਹੁੰਦੀ ਹੈ ਕਿ ਮੈਂ ਇਸ ਕੇਸ ਨੂੰ ਕਿਵੇਂ ਨਜਿੱਠਾਂ। ਉਹਨੂੰ ਗਲਵੱਕੜੀ ਪਾ ਲੈਂਦੀ, ਉਹ ਗਲਵੱਕੜੀ ਪਾ ਕੇ ਉਹ ਵੀ ਉਹਦੇ ਵਿੱਚ ਆ ਜਾਂਦਾ। ਅਤੇ ਇਸ ਤਰ੍ਹਾਂ ਨਾਲ ਉਹ ਜਿਹੜਾ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਡਾਕਟਰ ਰਜਨੀਸ਼ ਬਹਾਦਰ ਸਿੰਘ, ਕਿਉਂਕਿ ਇਹ ਜਿਹੜੀ ਕਹਾਣੀ ਹੈ ਇਹਦੇ ਉੱਤੇ ਡਾਕਟਰ ਜਸਵਿੰਦਰ ਕੌਰ ਬਿੰਦਰਾ ਨੇ ਦਿੱਲੀ ਤੋਂ ਲਿਖਿਆ ਸੀ, ਰੇਪ ਇੱਕ ਨਵੀਂ ਪਰਿਭਾਸ਼ਾ। ਇੰਨਾ ਇਹਦੇ ਬਾਰੇ ਲਿਖਿਆ ਗਿਆ ਹੈ। ਫਿਰ ਡਾਕਟਰ ਮੀਨਾਕਸ਼ੀ ਰਾਵਲ, ਉਹਨਾਂ ਨੇ ਆਹੀ ਕਿਤਾਬ ਜਿਹੜੀ ਹੈਗੀ ਬਿਰਤਾਂਤ ਤੇ ਵਿਚਾਰਧਾਰਾ ਜੀ, ਇਹਦੇ ਵਿੱਚ ਆਰਟੀਕਲ ਲਿਖਿਆ ਸਰੂਪ ਸਿਆਲਵੀ ਦੇ ਇਸਤਰੀ ਪਾਤਰ। ਨਹੀਂ, ਹੁਣ ਵੀ ਦੇਖੋ ਕਿੰਨੀਆਂ ਐਗਜ਼ਾਮਪਲਾਂ ਜਿਹੜੀਆਂ ਹੁਣ ਆਉਂਦੀਆਂ ਨੇ ਭਾਰਤ ਦੇ ਵਿੱਚ ਵੀ ਇਹ ਚੀਜ਼ ਨੂੰ, ਜੋ ਦਲਿਤਾਂ ਨਾਲ ਜੋ ਧੱਕਾ ਹੋ ਰਿਹਾ ਉਹਨੂੰ ਸਹੀ ਤਰੀਕੇ ਨਾਲ ਉਹਨੂੰ ਇਨਸਾਫ ਨਹੀਂ ਮਿਲ ਪਾਉਂਦਾ। ਸਿਰਫ ਉਹ ਚੀਜ਼ਾਂ ਨੂੰ ਦਬਾ ਦਿੱਤਾ ਜਾਂਦਾ। ਉਹ ਭਾਵੇਂ ਕੋਈ ਚਾਹੇ ਉਹਨਾਂ ਦੀਆਂ ਕਹਿ ਇਸਤਰੀਆਂ ਨਾਲ ਧੱਕਾ ਹੋਵੇ, ਚਾਹੇ ਬੰਦੇ ਨਾਲ ਧੱਕਾ ਹੋਵੇ, ਤਾਂ ਇੱਕ ਤਰੀਕੇ ਨਾਲ ਜਿਹੜਾ ਵੱਡਾ ਪ੍ਰਧਾਨ ਲੋਕ ਨੇ ਉਹ ਇਹ ਚੀਜ਼ ਨੂੰ ਬਹੁਤਾ ਸਮਾਜਿਕ ਤਵੱਜੋ ਨਹੀਂ ਦਿੰਦੇ। ਅਤੇ ਖੈਰ, ਜੇ ਤੁਹਾਡੀ ਕਿਤਾਬ ਦੀ ਗੱਲ ਕਰੀਏ ਤਾਂ ਪਿੰਡ ਅਜੇ ਜਿਉਂਦਾ ਹੈ, ਇਹਦੇ ਵਿੱਚ ਤੁਸੀਂ ਪਹਿਲੀ ਕਹਾਣੀ ਨੂੰ ਲਿਆ ਹੋਇਆ। ਤਾਂ ਇਹ ਕਹਾਣੀਆਂ ਜਿਹੜੀਆਂ 2001 'ਚ ਤੁਸੀਂ ਕਿਤਾਬ ਛਪੀ ਹੈ, ਇਹਦੇ ਵਿੱਚ ਕਿੰਨੀਆਂ ਕੁ ਤੁਹਾਡੀਆਂ ਲਿਖਤਾਂ ਕਿਵੇਂ ਤੁਸੀਂ ਪੇਸ਼ਕਾਰੀ ਕੀਤੀ? ਇਸ ਦੇ ਵਿੱਚ ਮੇਰੀ ਪਹਿਲੀ ਕਿਤਾਬ ਸੀ। ਤਾਂ ਜਿਹੜੀ ਸਭ ਤੋਂ ਵੱਡੀ ਗੱਲ ਸੀ ਕਿ ਜਿਹੜੀ ਅੱਜ ਦੀ ਕਹਾਣੀ ਹੈ ਇਹ ਅਵਚੇਤਨ ਦੀ ਕਹਾਣੀ ਹੈ ਜੀ। ਜਿਹੜੀ ਪਹਿਲਾਂ ਕਹਾਣੀ ਬਾਹਰ ਚੱਲਦੀ ਸੀ, ਅੱਜ ਕਹਾਣੀ ਅੰਦਰ ਚੱਲਦੀ ਵਿਅਕਤੀ ਦੇ ਜੀ। ਅਤੇ ਇਹਦੇ ਵਿੱਚ ਜਿਹੜਾ ਇਹ ਕਹਾਣੀ ਸੰਗ੍ਰਹਿ ਹੈ, ਇਹਦੇ ਬਾਰੇ ਡਾਕਟਰ ਸਾਹਿਬ ਨੇ ਲਿਖਿਆ ਸੀ, ਰਜਨੀਸ਼ ਬਹਾਦਰ ਸਿੰਘ ਨੇ, ਸਮਾਜਿਕ ਕੁੱਟਣ ਦੇ
ਅਵਚੇਤਨ ਦਾ ਕਥਾਕਾਰ ਖਡੂਰ ਸਾਹਿਬ ਜਿਹੜਾ ਆਰਟੀਕਲ ਹੈ, ਮਤਲਬ ਮੈਂ ਇਸ ਗੱਲ ਦਾ ਪਹਿਲਾਂ ਹੀ ਉਹ ਸੀ ਕਿ ਇਹਨਾਂ ਨੇ ਇਸ ਗੱਲ ਨੂੰ ਲਿਆ ਕਿ ਸਮਾਜਿਕ ਦੇ ਕੁੱਟਣ ਦਾ ਕਥਾਕਾਰ। ਤਾਂ ਇਹ ਜਿਹੜੀਆਂ ਸਾਰੀਆਂ ਕਹਾਣੀਆਂ ਦੇ ਵਿੱਚ ਇਹ ਵਿਸ਼ਾ ਹੀ ਆਉਂਦਾ ਕਿ ਜਿਹੜਾ ਪਾਤਰ ਨੇ ਸਮਾਜਿਕ ਘੁੱਟਣ ਦੇ ਵਿੱਚ ਨੇ ਇਹ, ਪਰ ਉਹਦੇ ਵਿੱਚ ਘੁੱਟ ਕੇ ਇਹ ਜਿਹੜਾ ਕੁਝ ਕਰ ਸਕਦੇ ਨੇ ਇਹ ਕਰਦੇ ਨੇ। ਠੀਕ ਹੈ। ਅਤੇ ਇੱਕ ਹੁੰਦਾ ਜਦੋਂ ਆਪਾਂ ਲਿਖਦੇ ਹਾਂ ਨਾ ਕਿਸੇ ਦਾ, ਆਪਾਂ ਨੂੰ ਸਭ ਤੋਂ ਪਹਿਲਾਂ ਆਪਾਂ ਪਾਠਕ ਹੁੰਦੇ ਹਾਂ ਅਤੇ ਉਹਦੇ ਵਿੱਚ ਜਿਸ ਨੂੰ ਆਪਾਂ ਪੜ੍ਹਦੇ ਹਾਂ ਉਹਦਾ ਤੁਹਾਡੇ 'ਤੇ ਵੀ ਅਸਰ ਪੈਂਦਾ। ਤਾਂ ਇਹ ਜਦੋਂ ਤੁਸੀਂ ਸ਼ੁਰੂਆਤ ਕੀਤੀ ਹੈ ਤਾਂ ਤੁਹਾਨੂੰ ਕਿਸੇ ਨੇ ਹੌਸਲਾ ਦਿੱਤਾ ਵੀ ਹਾਂ ਸਿਆਲ ਵੀ ਤੂੰ ਲਿਖ ਸਕਦਾ ਅਤੇ ਕਹਾਣੀਆਂ ਲਿਖ ਅਤੇ ਕਹਾਣੀ ਵਿਧਾ ਇਹਨੂੰ ਚੁਣ, ਅਤੇ ਉਹਦੇ ਵਿੱਚ ਤੁਸੀਂ ਕਿਸ ਦਾ ਯੋਗਦਾਨ ਮੰਨਦੇ ਹੋ? ਉਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਯੋਗਦਾਨ ਹੈ ਪ੍ਰੇਮ ਪ੍ਰਕਾਸ਼ ਜਿਹੜੇ ਸੰਪਾਦਕ ਨੇ ਜੀ ਇਹ ਲਕੀਰ ਦੇ। ਤਾਂ ਜਿਸ ਤਰ੍ਹਾਂ ਮੇਰੀਆਂ ਸਾਰੀਆਂ ਕਹਾਣੀਆਂ ਉਹਨਾਂ ਨੇ, ਬਹੁਤੀਆਂ ਕਹਾਣੀਆਂ ਮੇਰੀਆਂ ਲਕੀਰ 'ਚ ਛਪੀਆਂ ਨੇ, ਅਤੇ ਪ੍ਰੇਮ ਪ੍ਰਕਾਸ਼ ਅਤੇ ਲਕੀਰ ਦਾ ਉਸ ਵੇਲੇ ਇਹ ਸੀ ਉਹਦੇ ਛਾਪਣਾ ਬਹੁਤ ਵੱਡੀ ਗੱਲ ਸੀ ਜੀ। ਅਤੇ ਜਿਹੜੀ ਕਹਾਣੀ ਲਿਖਣੀ ਸਿੱਖੀ ਮੈਂ, ਜਾਂ ਮੈਨੂੰ ਗਾਈਡੈਂਸ ਕੋਈ ਨਹੀਂ ਮਿਲੀ, ਮੈਂ ਟੱਕਰਾਂ ਮਾਰ ਕੇ ਸਿੱਖੀ ਆਪਣੇ। ਕੋਈ ਇਹਦੇ ਵਿੱਚ ਉਹ ਨਹੀਂ ਹੈ ਅਨੁਭਵ ਆਪਣਾ, ਇਹਨੂੰ ਲਿਖਣ ਦੀ ਕੋਸ਼ਿਸ਼ ਕੀਤੀ ਮੈਂ ਅਤੇ ਇਹਨਾਂ ਨੂੰ ਮੈਂ ਭੇਜਦਾ ਸੀ। ਮੈਂ ਕਿਸੇ ਨੂੰ ਕੋਈ ਕਹਾਣੀ ਦਿਖਾਉਂਦਾ ਨਹੀਂ ਸੀ। ਗੱਲ ਤਾਂ ਇਹ ਵੀ ਕਹਾਣੀ ਲਿਖਣ ਲਈ ਕਿਹੜਾ ਤੁਹਾਨੂੰ ਅਕੈਡਮਿਕ ਸਟੱਡੀ ਦੀ ਲੋੜ ਹੁੰਦੀ ਹੈ। ਹਾਂ, ਤੁਸੀਂ ਇੰਨਾ ਪੜ੍ਹੇ ਲਿਖੇ ਹੋਣੇ। ਗੱਲ ਤਾਂ ਇਹ ਹੈ ਵੀ ਤੁਸੀਂ ਸਮਾਜ ਨੂੰ ਕਿਵੇਂ ਦੇਖਦੇ ਹੋ, ਤੁਸੀਂ ਕਿਹੜੀਆਂ ਬਰੀਕ ਚੀਜ਼ਾਂ ਨੂੰ ਦੇਖਦੇ ਹੋ, ਕਿਉਂਕਿ ਜੋ ਤੁਹਾਡੇ ਸਾਹਮਣੇ ਵਾਪਰਦਾ ਉਹੀ ਹੋਰਾਂ ਲੋਕਾਂ ਸਾਹਮਣੇ ਵਾਪਰਦਾ। ਬਸ ਤੁਹਾਡੀ ਵੇਦਨਾ ਸੰਵੇਦਨਾ ਫਰਕ ਹੁੰਦੀ ਵੀ ਉਹਨੂੰ ਆਪਾਂ ਨੇ ਪੇਸ਼ਕਾਰੀ ਕਿੱਦਾਂ ਕਰਨੀ। ਤੁਹਾਡੀ ਸ਼ੈਲੀ ਆ ਉਹ ਤੁਹਾਡੀਆਂ ਕਹਾਣੀਆਂ ਨੂੰ ਹੋਰ ਕਹਦੀ ਉਹ ਮੂਹਰੇ ਲੈ ਆਉਂਦੀ ਹੈ, ਕਿਉਂਕਿ ਖਬਰ ਵੀ ਹੈ। ਜਦੋਂ ਆਪਾਂ ਅਖਬਾਰ ਪੜ੍ਹਦੇ ਹਾਂ ਕਿੰਨੀਆਂ ਚੀਜ਼ਾਂ ਨੇ, ਕੋਈ ਤੁਹਾਨੂੰ ਬੰਦਾ ਦੱਸਦਾ, ਕੋਈ ਗੱਲ ਦੱਸਦਾ, ਉਹਦੇ ਲਈ ਤਾਂ ਸੁਭਾਅ ਮਾਤਰ ਇਹ ਗੱਲ ਹੈ, ਪਰ ਉਹਨੇ ਕਹਾਣੀਕਾਰ ਨੇ ਦੇਖਣਾ ਵੀ ਉਹਦੀ ਪੇਸ਼ਕਾਰੀ ਕਿੱਦਾਂ ਕਰਨੀ ਆ ਕਿ ਪੜ੍ਹਨੇ ਵਾਲਾ ਵੀ ਪੜ੍ਹਨੇ ਵਾਲੇ ਨੂੰ। ਇਸ ਰੇਪ ਕਹਾਣੀ ਮਾਰੇ ਪ੍ਰੇਮ ਪ੍ਰਕਾਸ਼ ਦਾ ਜਿਹੜਾ ਮੇਰੇ ਕੋਲ ਲੈਟਰ ਆਇਆ, ਕਹਿੰਦਾ ਤੂੰ ਲੇਖਕ ਕਿਵੇਂ ਬਣ ਗਿਆ ਹੁਣ ਤੱਕ, ਤਾਂ ਕਹਿੰਦਾ ਤੇਰਾ ਪਤਾ ਹੀ ਨਹੀਂ ਸੀ ਜੀ। ਅਤੇ ਜਿਹੜੇ ਲੈਟਰ ਛਪੇ ਸੀ ਉਹਦੇ ਵਿੱਚ ਵੀ ਕਿ ਇੰਨਾ ਵੱਡਾ ਲੇਖਕ ਕਿਵੇਂ ਛੁਪਿਆ ਰਹਿ ਗਿਆ, ਉਹਦੇ 'ਚ ਬਹੁਤ ਉਤਸ਼ਾਹ ਦੇ ਸੀ ਉਹ ਜਿਹੜੇ ਲੈਟਰ ਤੋਂ ਐਡੀਟਰ ਸੀ ਪਹਿਲੀ ਕਹਾਣੀ ਦੀ। ਇਹ ਗੱਲ ਤਾਂ ਇਹੀ ਹੈ ਨਾ, ਤੁਹਾਡਾ ਵਿਚਰਨ ਦਾ ਤਰੀਕਾ, ਤੁਹਾਡਾ ਸਮਝਣ ਦਾ, ਸੋਚਣ ਦਾ, ਪੇਸ਼ਕਾਰੀ ਕਰਨ ਦਾ ਜਿਹੜਾ ਢੰਗ ਤਰੀਕਾ ਆ, ਉਹ ਸ਼ਾਇਦ ਤੁਹਾਨੂੰ ਪਹਿਲੀ ਕਹਾਣੀ ਤੋਂ ਹੀ ਬੁਲੰਦੀਆਂ 'ਤੇ ਲੈ ਜਾਂਦਾ। ਇਹ ਨਹੀਂ ਲਿਖਦਾ ਵੀ ਤੁਸੀਂ ਭਾਵੇਂ 100 ਕਹਾਣੀ ਲਿਖ ਦਿਓ, ਸ਼ਾਇਦ ਤੁਹਾਡੀ ਕਹਾਣੀ ਦੇ ਵਿੱਚੋਂ ਪਕੜ ਨਾ ਆਵੇ, ਜੋ ਕਈ ਵਾਰ ਜੋ ਤੁਸੀਂ ਖੁਦ ਹੰਢਾਇਆ ਆ ਉਹਨੂੰ ਤੁਸੀਂ ਪਹਿਲੀ ਵਾਰ 'ਚ ਲਿਖ ਸਕਦੇ ਹੋ। ਅਤੇ ਸਿਆਲਵੀ ਸਾਹਿਬ ਇਹ ਤੁਹਾਡੀ ਪਹਿਲੀ ਕਿਤਾਬ ਰਹੀ, ਉਹ ਤੋਂ ਬਾਅਦ ਕਿੰਨੀਆਂ ਹੁਣ ਤੱਕ ਤੁਸੀਂ ਕਿਤਾਬਾਂ ਨੇ ਜਿਹੜੀਆਂ ਲਿਖ ਚੁੱਕੇ ਹੋ, ਅਤੇ ਉਹਨਾਂ ਦੇ ਕੀ ਵਿਸ਼ੇ ਤੁਸੀਂ ਉਹਦੇ ਵਿੱਚ ਚੁਣੇ ਨੇ? 5 ਕਹਾਣੀ ਸੰਗ੍ਰਹਿ ਮੇਰੇ ਆ ਚੁੱਕੇ ਨੇ ਜੀ, ਜਿਹਦੇ ਵਿੱਚ ਪਹਿਲਾ ਪਿੰਡ 'ਚ ਜਿਉਂਦਾ ਹੈ, ਦੂਜਾ ਨੇਰੇ ਦੇ ਵਾਸੀ ਜੀ, ਤੀਜਾ ਕਾਲ ਕਾਲਾਂਤਰ, ਚੌਥਾ ਜਿਹੜਾ ਹੈ ਚਾਰ ਤੱਤ ਦਾ ਪੁਤਲਾ, ਪੰਜਵਾਂ ਚੀਰ ਹਰਨ, ਅਤੇ ਫਿਰ ਸਵੈ ਜੀਵਨੀ ਜਲਾਲਤ। ਸਵੈ ਜੀਵਨੀ ਬਾਰੇ ਚਲੋ ਥੋੜ੍ਹਾ ਜਿਹਾ ਦੱਸਣਾ ਬਹੁਤਾ ਨਹੀਂ ਜੀ। ਮੈਨੂੰ ਬਹੁਤ ਜ਼ਿਆਦਾ ਜਿਹੜਾ ਸਾਡਾ ਐਡੀਟਰ ਸੀ ਇਹਦਾ ਮੈਗਜ਼ੀਨ ਛਾਪਦਾ ਸੀ ਜੀ, ਭਗਵੰਤ ਰਸੂਲਪੁਰੀ, ਕਹਿੰਦੇ ਸਵੈ ਜੀਵਨੀ ਲਿਖੋ ਤੁਸੀਂ। ਅਤੇ ਸਵੈ ਜੀਵਨੀ ਉਹਨਾਂ ਨੇ ਮੈਨੂੰ ਬੜਾ ਖੁਦਾ ਮਾਰ ਕੇ ਆ ਕਹਿੰਦਾ ਲਿਖਵਾਈ ਹੈ, ਅਤੇ ਸਵੈ ਜੀਵਨੀ ਜ਼ਲਾਲਤ ਲਿਖੀ ਮੈਂ ਜੀ। ਉਹਦੇ ਵਿੱਚ ਮੇਰੇ ਲੜਕੇ ਦੀ ਡੈਥ ਹੋ ਗਈ, ਤਾਂ ਉਹਦੇ ਵਿੱਚ ਇੱਕ ਅਧਿਆਇ ਮੈਂ ਲਿਖਿਆ ਬੇਟੇ ਦੀ ਕਲਾ ਪ੍ਰਤਿਭਾ। ਇਸ ਤਰ੍ਹਾਂ ਨਾਲ ਜਿਹੜਾ ਮੈਂ ਲਿਖ ਰਿਹਾ 5 ਕਹਾਣੀ ਸੰਗ੍ਰਹਿ ਮੇਰੇ। ਫਿਲਹਾਲ ਸਿਆਲਵੀ ਸਾਹਿਬ ਸਾਡੇ ਕੋਲ ਸਮਾਂ ਇੱਕ ਨਿੱਕੇ ਜਿਹੇ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਤੁਹਾਡੀ ਜਿਹੜੀ ਬਾਕੀ ਕਿਤਾਬਾਂ ਨੂੰ ਉਹਦੇ ਬਾਰੇ ਆਪਾਂ ਗੱਲਬਾਤ ਕਰ ਲੈਂਦੇ ਹਾਂ। ਸੋ ਬਣੇ ਰਹੋ ਵਿਜ਼ਨ ਪੰਜਾਬ ਦੇ ਨਾਲ, ਜਲਦ ਹਾਜ਼ਰ ਹੋਣਾ ਇੱਕ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ। ਸਿਆਲਵੀ ਸਾਹਿਬ ਬ੍ਰੇਕ ਤੋਂ ਬਾਅਦ ਮੁੜ ਤੋਂ ਸਵਾਗਤ ਕਰਦੇ ਹਾਂ ਜੀ। ਅਸਲ 'ਚ ਮੈਂ ਇਹ ਚਾਹੁੰਦਾ ਸੀ ਕਿ ਕੁਛ ਹਲਕੀਆਂ ਜਿਹੀਆਂ ਕਹਾਣੀਆਂ ਕਰਕੇ ਜੀ, ਹਲਕੇ ਵਿਸ਼ਿਆਂ ਦੀ ਨਹੀਂ, ਹਲਕੇ ਲਿਖੀਆਂ ਹੋਈਆਂ ਤੁਹਾਡੇ ਨਾਲ ਗੱਲ ਮੈਂ ਇੱਥੇ ਕਰਾਂ। ਜ਼ਰੂਰ ਜੀ ਜ਼ਰੂਰ। ਪਰ ਜਿਹਦੇ ਵਿੱਚ ਜਿਹੜੀ ਮੈਂ ਅਸਲ ਕਿ ਮੈਂ ਕਿੱਥੇ ਖੜ੍ਹਾ ਉਹ ਗੱਲ ਨਹੀਂ ਆਏਗੀ ਜਦ ਤੱਕ, ਤਾਂ ਉਦੋਂ ਤੱਕ ਕੋਈ ਗੱਲ ਨਹੀਂ ਨਿਕਲ ਕੇ ਆਉਂਦੀ ਜੀ ਕਿ ਆਖਰ ਮੇਰੀ ਕਹਾਣੀ ਵਿੱਚ ਕੀ ਕਹਿਣਾ ਚਾਹੁੰਦਾ, ਜਾਂ ਮੇਰੀ ਕਹਾਣੀ ਨੂੰ ਕਿਸ ਤਰ੍ਹਾਂ ਦੇਖਿਆ ਜਾਂਦਾ, ਉਹਦੇ ਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਆਪਣੇ ਵੱਲੋਂ ਦੱਸਣਾ ਚਾਹੁੰਦਾ। ਜ਼ਰੂਰ ਜੀ। ਅਤੇ ਸਭ ਤੋਂ ਪਹਿਲਾਂ ਜਿਹੜੀਆਂ ਮੇਰੀਆਂ ਕਹਾਣੀਆਂ ਨੇ, ਜਿਹੜਾ ਤੁਸੀਂ ਪਹਿਲੇ ਕਿਤਾਬ ਦੇ ਵਿੱਚ, ਦੂਜੀ ਜਿਹੜੀ ਕਿਤਾਬ ਹੈ ਉਹਦੇ ਵਿੱਚ ਮੈਂ ਵਿਸ਼ਿਆਂ ਨੂੰ ਖੁੱਲ੍ਹ ਕੇ ਲਿਆਉਂਦਾ, ਅੱਗੇ ਜ਼ਿਆਦਾ ਲੰਬੇ ਤੱਕ ਲਿਆਉਂਦਾ।
ਜੀ ਤੀਜੇ ਵਿੱਚ ਤਾਂ ਇੰਨੇ ਲਿਆਉਂਦਾ, ਫਿਰ ਮੈਂ ਜਿਹੜੀ ਕਾਲਾਂਤਰ ਹੈ ਜੀ ਮੈਂ ਉਹਨਾਂ ਗੱਲਾਂ ਨੂੰ ਹੀ ਛੱਡ ਦਿੰਦਾ ਵੀ ਰੋਚ ਕੀ ਕਹਿਣਗੇ, ਇਹਨੂੰ ਜਿਹੜੀ ਗੱਲ ਕਹਿਣੀ ਤਾਂ ਕਹਿ ਦੇਣੀ ਆਪਣੀ। ਜੀ ਤਾਂ ਉਹਦੇ ਵਿੱਚ ਜਿਹੜੀ ਬਾਮਸਫ ਲਹਿਰ ਸੀ, ਇਹ ਜਿਹੜੀ ਇਹਦੇ ਬਾਰੇ 4-5 ਕਹਾਣੀਆਂ ਮੈਂ ਜਿਹੜੇ ਲਿਖੀਆਂ ਨੇ। ਤਾਂ ਉਸ ਦੇ ਵਿੱਚ ਇੱਕ ਜਿਹੜੀ ਮੇਰੀ ਕਹਾਣੀ ਸੀ, ਇੱਕ ਬੇਦਾਵਾ ਹੋਰ, ਜੀ ਮੈਂ ਤੁਹਾਨੂੰ ਜਾਣਕਾਰੀ ਕਰਨੀ ਚਾਹੁੰਦਾ। ਇਹ ਜਿਹੜਾ ਇਸ ਦੇ ਵਿੱਚ ਜਿਹੜੇ ਦਲਿਤ ਲੋਕ ਨੇ ਆਪਣੇ ਹੱਕਾਂ ਲਈ ਇਹ ਜੇਲ੍ਹ ਜਾਂਦੇ ਨੇ, ਤਾਂ ਉਸ ਦੇ ਵਿੱਚ ਜਿਹੜੇ ਸੱਪਾਂ ਵਾਲੇ, ਗੱਡੀਆਂ ਵਾਲੇ ਜਾਂ ਜਿਹੜੇ ਟਰਾਈਬਲ ਲੋਕ ਇਹ ਜੇਲ੍ਹ ਜਾਂਦੇ ਨੇ। ਤਾਂ ਇਹ ਕਹਾਣੀ ਜਿਹੜੀ ਉੱਥੇ ਜਿਹੜਾ ਬਾਰ ਐਸੋਸੀਏਸ਼ਨ ਹੈ ਚੰਡੀਗੜ੍ਹ, ਉੱਥੇ ਕਿਤਾਬ ਰਿਲੀਜ਼ ਕੀਤੀ ਗਈ ਸੀ ਜੀ। ਤਾਂ ਸ਼ਬਦੀਸ਼ ਦਾ ਮੇਰੇ ਕੋਲ ਫੋਨ ਆਇਆ, ਤੁਸੀਂ ਜਾਣਦੇ ਹੀ ਹੈ ਜੀ। ਉਹਨੇ ਕਿਹਾ ਵੀ ਜਿਹਦੇ ਵਿੱਚ ਇਹ ਸੱਪਾਂ ਵਾਲੇ ਆ ਹੋਰ ਜੇਲ੍ਹ ਜਾਂਦੇ, ਉਹ ਕਿਤਾਬ ਮੈਨੂੰ ਭੇਜੋ। ਇਹ ਹਨੇਰੇ ਦੇ ਵਾਸੀ ਕਿਤਾਬ ਜਿਹੜੀ ਆਪਣੀ ਕਿਤਾਬ ਤੋਂ ਬਿਨਾਂ ਇਹ ਮੈਂ 100 ਕਿਤਾਬਾਂ ਖਰੀਦ ਕੇ ਦੇ ਚੁੱਕਿਆ ਜੀ। ਇੰਨੇ ਇਹਦੇ ਬਾਰੇ ਮੰਗਾ ਹੈ। ਤਾਂ ਮੇਰੀ ਜਿਹੜੀਆਂ ਸਾਰੀਆਂ ਕਹਾਣੀਆਂ ਨੇ ਉਸ ਵਿਵਸਥਾ ਦੇ ਵਿੱਚ ਰਹਿੰਦੇ ਆ ਜੀ। ਮੈਂ ਉਹਦੇ ਬਾਰੇ ਇਹ ਗੱਲ ਕੀਤੀ ਹੈ। ਜਿਹੜੀ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਗੱਲ ਕਰਦਾ ਇੱਕ ਕਹਾਣੀ ਬਾਰੇ ਹੁਣ, ਉਹ ਕਹਾਣੀ ਵੀ ਇਸੇ ਨੂੰ ਵਿਅਕਤ ਕਰਦੀ ਹੈ, ਰਜਤ ਰੰਗਮੀ ਕਹਾਣੀ ਹੈ ਜੀ। ਉਹ ਐਸੇ ਵਿੱਚ। ਅਤੇ ਇਹ ਕਹਾਣੀ ਜਿਹੜੀ ਉਹ ਹੁਣ ਅੰਗਰੇਜ਼ੀ ਵਿੱਚ ਅਨੁਵਾਦ ਹੋ ਰਹੀ ਹੈ ਛਾਪਣ ਲਈ, ਭਗਵੰਤ ਰਸੂਲੀ ਕਰਾ ਰਹੇ ਨੇ। ਅਤੇ ਇਹ ਕਹਾਣੀ ਬਹੁਤ ਸਾਰੇ ਵਿਦਵਾਨਾਂ ਨੇ ਇਸ ਤਰ੍ਹਾਂ ਹੀ ਇਹਦੇ ਵਿੱਚ ਪੇਸ਼ ਕੀਤੀ ਇਹਦੇ ਬਾਰੇ 'ਚ। ਮੈਂ ਵੀ ਤੁਹਾਨੂੰ ਥੋੜ੍ਹਾ ਜਿਹਾ ਦੱਸਣਾ ਚਾਹੁੰਦਾ। ਜ਼ਰੂਰ। ਰਜਤਨਾਮੀ ਇਹ ਕਹਾਣੀ ਇਸ ਤਰ੍ਹਾਂ ਹੈ ਕਿ ਜਿਹੜਾ ਲੈਂਡ ਅਲਾਈਨੇਸ਼ਨ ਐਕਟ ਹੈ 1900 ਅਤੇ 1901 'ਚ ਪਾਸ ਹੁੰਦਾ, ਇਹਦੇ ਵਿੱਚ ਇਹ ਪਾਸ ਹੁੰਦਾ ਕਿ ਜਿਹੜੀ 12 ਕਾਸਟਾਂ ਨੇ ਇਹ ਮੌਰੂਸੀ ਨੇ, ਬਾਕੀ ਗੈਰ ਮੌਰੂਸੀ ਨੇ, ਬਾਕੀ ਖੇਤੀ ਨਹੀਂ ਕਰ ਸਕਦੀਆਂ। ਤਾਂ ਇਸ ਦੇ ਵਿੱਚ ਜਿਹੜੇ ਧਨਾੜ ਜ਼ਿਮੀਂਦਾਰ ਸੀ ਜਾਂ ਹੋਰ ਸੀ, ਤਾਂ ਪਿੰਡ ਦੇ ਵਿੱਚ ਇੱਕ ਇੰਨੀ ਵੰਡੀ ਪੈ ਗਈ, ਕਿਉਂਕਿ ਫਿਰ ਸਾਰੇ ਮਜ਼ਾਰੇ ਸੀ ਪਹਿਲਾਂ। ਹੁਣ ਹੋ ਕੇ ਗਿਆ ਕਿ ਇਹਨਾਂ ਕਾਸਟਾਂ ਨੂੰ ਕੋਈ ਜ਼ਮੀਨ ਨਹੀਂ ਹੋ ਸਕਦੀ। ਇਹਦਾ ਹੈਗਾ ਇੰਤਕਾਲ ਰਾਜ਼ੀ ਐਕਟ ਜੀ। ਤਾਂ ਉਹ ਬੇਜ਼ਮੀਨੇ ਹੋ ਗਏ, ਘਰ ਵੀ ਉਹਨਾਂ ਦੇ ਹੋ ਗਏ। ਤਾਂ ਇੰਨਾ ਜ਼ਿਆਦਾ ਜਿਹੜਾ ਜ਼ੁਲਮ ਉਹਨਾਂ 'ਤੇ ਹੋਇਆ ਕਿ ਜੇ ਤੁਸੀਂ ਪਹਿਲਾਂ ਮੁਜ਼ਾਰੇ ਸੀ ਉਹ ਹੁਣ ਵਗਾਰੀ ਬਣਾ ਦਿੱਤੇ, ਇਹ ਸਾਡੀ ਵਗਾਰ ਨਹੀਂ ਕਰੋਗੇ ਤਾਂ ਪਿੰਡ ਨੂੰ ਛੱਡ ਕੇ ਚਲੇ ਜਾਓ, ਤੁਸੀਂ ਤੁਹਾਨੂੰ ਕੱਢ ਦਿੱਤਾ ਜਾਊਗਾ, ਕਿਉਂਕਿ ਘਰ ਦੀ ਜ਼ਮੀਨ ਤੁਹਾਡੀ ਨਹੀਂ ਹੈਗੀ, ਤੁਸੀਂ ਜਾਓ ਇੱਥੋਂ। ਤਾਂ ਉਹਦੇ ਨਾਲ ਜਿਹੜਾ ਇਹ ਕਹਾਣੀ ਜਿਹੜੀ ਕਿੱਥੇ ਪੇਸ਼ ਕਰਦੀ ਹੈ, ਅਸਲ 'ਚ ਇਹ ਹੈਗਾ ਕਿ 1955 ਵਿੱਚ ਡਾਕਟਰ ਅੰਬੇਡਕਰ ਨੇ ਉਹ ਕਾਨੂੰਨ ਰੱਦ ਕਰਾ ਦਿੱਤਾ, ਪੰਜਾਬ ਦਾ ਇੰਤਕਾਲੀ ਰਾਈਟ ਰੱਦ ਕਰਾ ਦਿੱਤਾ। ਅਤੇ ਇਹ ਆਰਡਰ ਕਰ ਸੂਬਿਆਂ 'ਚ ਵੀ ਸੀ, ਪੰਜਾਬ ਇਕੱਲੇ ਪੰਜਾਬ 'ਚ? ਪੰਜਾਬ ਇਹ ਐਕਟ ਹੈ। ਠੀਕ ਹੈ। ਇਹਦੀ ਬੜੀ ਲੰਬੀ ਕਹਾਣੀ ਹੈ। ਠੀਕ ਹੈ। ਇਸ ਕਰਕੇ ਕਰਾਇਆ ਇਹਨਾਂ ਨੇ ਕਿਉਂਕਿ ਜਿਹੜੇ ਇੱਥੇ ਦੇ ਰਾਜੇ ਜੋਜਵਾੜੇ ਸੀ, ਇਹਨਾਂ ਨੇ 1857 ਦੇ ਗਦਰ ਵਿੱਚ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ। ਇਸ ਲਈ ਕਰਾਇਆ ਇਹਨਾਂ ਨੇ। ਬੜੀ ਲੰਬੀ ਇਹਦੇ ਬਾਰੇ ਚਰਚਾ ਹੋ ਸਕਦੀ ਜੀ, ਉਹ ਹੈਗੀ। ਅਤੇ ਇਹ ਸਿਰਫ ਪੰਜਾਬ ਦਾ ਹੀ ਹੈ। ਤਾਂ ਜਦੋਂ ਰੱਦ ਕਰਾ ਦਿੱਤਾ ਤਾਂ ਉਹ ਸਾਰੇ ਇਹ ਹੋ ਗਿਆ ਕਿ ਜਿਹੜਾ ਆਪਣਾ ਪਿੰਡ ਹੈ, ਪਿੰਡ ਦੇ ਵਿੱਚ ਜਿਹੜੀ ਲਾਲ ਲਕੀਰ ਹੈ ਉਹ ਜਿਹੜੀ ਮਲਕੀਅਤ ਉਹਦੀ ਹੋ ਗਈ। ਹੁਣ ਵੀ ਹੈਗੀ, ਇਹ ਹੁਣ ਵੀ ਹੈਗੀ। ਉਸ ਵੇਲੇ ਕਰਤਾ। ਕਿਉਂਕਿ ਕਈ ਕਹਾਣੀਆਂ ਦੇਖੋ ਹੁੰਦੀਆਂ ਨੇ ਤੁਹਾਡੇ ਕਰੀਬ ਹੁੰਦੀਆਂ ਨੇ, ਪਰ ਉਹ 'ਤੇ ਗੱਲ ਜ਼ਿਆਦਾ ਨਹੀਂ ਹੁੰਦੀ। ਮੇਰੀਆਂ ਜਿਹੜੀਆਂ ਕਹਾਣੀਆਂ ਨੇ ਉਹਨਾਂ ਦੇ ਵਿਸ਼ੇ ਭਾਰੂ ਨੇ, ਉਹਨਾਂ ਦੇ ਵਿਸ਼ੇ ਬਹੁਤ ਭਾਰੂ ਨੇ ਜੀ। ਕਿਉਂਕਿ ਮੈਂ ਹਲਕੀ ਕਹਾਣੀ ਮੈਂ ਲਿਖਦਾ ਨਹੀਂ। ਡਾਕਟਰ ਸਰਬਜੀਤ ਸਿੰਘ ਦੇ ਬਾਰੇ ਲਿਖਦੇ ਕਿ ਇਹ ਵੱਡੇ ਸਰੋਕਾਰਾਂ ਦਾ ਕਹਾਣੀ ਕਰਦਾ, ਪਰ ਇਹ ਕਹਾਣੀ ਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਦਾ। ਜ਼ਰੂਰ। ਕੀ ਕਹਾਣੀ ਦਾ ਸਰਲੇਖ? ਇਹ ਕਹਾਣੀ ਹੈਗੀ ਉਹ ਪਰੀ ਕੌਣ ਹੈ। ਠੀਕ ਹੈ। ਹਨੇਰੇ ਦੇ ਵਾਸੀ ਦੇ ਵਿੱਚੋਂ ਹੀ ਹੈ। ਹਾਂਜੀ, ਹਨੇਰੇ ਦੇ ਵਾਸੀ ਦੇ ਵਿੱਚ। ਜੀ ਜੀ ਜੀ। ਅਸਲ 'ਚ ਇਹ ਹੁੰਦਾ ਹੈ ਜੀ ਕਿ ਰਿਗਵੇਦ ਦੇ ਵਿੱਚ ਇੱਕ ਯਮ ਅਤੇ ਯਮਨੀ ਦੀ ਬੜਾ ਲੰਬਾ ਸੰਵਾਦ ਹੈ। ਉਹਦੀ ਜਿਹੜੀ ਯਮਨੀ ਹੈ ਉਹ ਆਪਣੇ ਭਰਾ ਨੂੰ ਕਹਿੰਦੇ ਤੂੰ ਮੇਰੇ ਨਾਲ ਵਿਆਹ ਕਰਾ ਲੈ, ਕਿਉਂਕਿ ਤੁਹਾਨੂੰ ਪਤਾ ਸਵਰਗ ਦੇ ਵਿੱਚ ਇਹ ਚੀਜ਼ਾਂ ਤਾਂ ਆਮ ਨੇ। ਪਰ ਜਿਹੜਾ ਯਮ ਹੈ ਉਹ ਮੰਨਦਾ ਨਹੀਂ, ਤੂੰ ਮੇਰੀ ਭੈਣ ਹੈ, ਹੋਰ ਬਹੁਤ ਗੱਲਾਂ ਕਰਦਾ ਨੇ, ਕਿਸ ਤਰ੍ਹਾਂ ਦੇਖ ਰਹੇ ਨੇ ਤਰ ਸੂਰਜ ਦੇ, ਬਹੁਤ ਸੰਵਾਦ, ਬਹੁਤ ਲੰਬਾ ਸੰਵਾਦ ਹੈ ਰਿਗਵੇਦ ਵਿੱਚ। ਅਤੇ
ਉਹ ਕਹਿੰਦੀ ਮੈਂ ਤੈਨੂੰ ਸਰਾਪ ਦੇ ਦੇਣਾ, ਤੁਹਾਨੂੰ ਪਤਾ ਹੀ ਹੈ ਪੁਰਾਣਾ। ਉਹ ਕਹਿੰਦਾ ਫਿਰ ਇਸ ਤਰ੍ਹਾਂ ਕਰਦੇ ਆਪਾਂ, ਮਾਤਲੋਕ ਵੀ ਚੱਲਦੇ ਘੁੰਮਣ। ਮਾਤਲੋਕ ਹੈ ਨਾ ਜਿੱਥੇ ਬੱਚੇ ਪੈਦਾ ਹੁੰਦੇ, ਕਿਉਂਕਿ ਸਵਰਗ ਦੇ ਬੱਚੇ ਪੈਦਾ ਹੀ ਨਹੀਂ ਹੁੰਦੇ ਹਿੰਦੂ ਲੋਕ 'ਚ, ਸਾਰੇ ਜਿਹੜੇ ਅਮਰ ਨੇ ਵੀ ਘੁੰਮਦੇ ਅਸੀਂ ਦੇਖਦੇ ਹਾਂ। ਜੇ ਕਿਤੇ ਕੋਈ ਇਸ ਤਰ੍ਹਾਂ ਦਾ ਮੈਨੂੰ ਮਿਲ ਗਿਆ ਭੈਣ ਭਰਾ ਦਾ ਰਿਸ਼ਤਾ, ਮੈਂ ਤੇ ਨਾਲ ਕਰਾ ਲਊਂਗਾ। ਉਹ ਚਲੇ ਜਾਂਦੇ। ਤਾਂ ਜਦੋਂ ਜਾ ਕੇ ਉਹ ਦੇਖਦੇ ਨੇ, ਲਿਲੀ ਅਤੇ ਸੁੰਗ ਹੌਸਪੀਟਲ 'ਚ ਦੋ ਲੱਗੇ ਹੋਏ ਨੇ। ਇਹ ਭੈਣ ਭਰਾ ਦੇ ਤੌਰ 'ਤੇ, ਵਿਆਹ ਦੇ ਤੌਰ 'ਤੇ ਰਹਿ ਰਹੇ ਨੇ। ਉਹ ਕਹਿੰਦੀ ਦੇਖ ਲੈ। ਕਹਿੰਦਾ ਵੀ ਐ ਨਹੀਂ ਮੰਨਦਾ ਮੈਂ, ਇਹਨਾਂ ਨੂੰ ਤਾਂ ਪਤਾ ਹੀ ਨਹੀਂ ਹੈ ਜੀ। ਜੇ ਪਤਾ ਲੱਗੇਗਾ ਇਹਨਾਂ ਨੂੰ ਨਾ ਵੀ ਅਸੀਂ ਭੈਣ ਭਰਾ ਤਾਂ ਮੈਂ ਇਹ ਗੱਲ ਮੰਨਾਂਗਾ। ਉਹ ਹੁੰਦਾ ਇਸ ਤਰ੍ਹਾਂ ਹੈ ਕਿ ਕੰਬੋਡੀਆ ਦੇ ਵਿੱਚ ਇੱਕ ਬਹੁਤ ਰਾਜ ਪਲਟਾ ਹੁੰਦਾ। ਜਿਹੜੀ ਮਿਲਟਰੀ ਹੈ ਇਹ ਬੜਾ ਜ਼ੁਲਮ ਕਰਦੀ, ਤੁਹਾਨੂੰ ਪਤਾ ਹੀ ਹੈ। ਸਭ ਤੋਂ ਜ਼ਿਆਦਾ ਜ਼ੁਲਮ ਇਹਦਾ ਇਸਤਰੀ 'ਤੇ ਹੁੰਦਾ, ਤਾਂ ਇਸਤਰੀ 'ਤੇ ਬਹੁਤ ਜ਼ੁਲਮ ਕਰਦੇ ਉਹ। ਅਤੇ ਜਿਹੜਾ ਲਿਲੀ ਹੈ ਜਿਹੜੀ, ਉਹਦੇ ਬੜੀ ਭਰਾ ਨੂੰ ਬੜਾ ਉਹਦੇ ਵਿੱਚ ਭੈਣਾਂ ਨੂੰ ਕਤਲ ਕਰ ਦਿੱਤਾ ਜਾਂਦਾ। ਛੋਟੀ ਕੁੜੀ ਨੂੰ ਉਹ ਚੱਕ ਕੇ ਲੈ ਜਾਂਦੇ। ਇਸ ਤਰ੍ਹਾਂ ਜਿਹੜੀ ਲਿਲੀ ਹੈ ਉਹ ਕਿਤੇ ਉਹਨਾਂ ਨੂੰ ਗੇਰ ਦਿੰਦੇ, ਉਹਦੇ ਵਿੱਚੋਂ ਸੁੱਟ ਦਿੰਦੇ ਨੇ ਟਰੱਕ 'ਚੋਂ। ਉਹ ਕਿਤੇ ਚੱਕ ਲੈ ਜਾਂਦੇ, ਉਹ ਪਾੜ ਲੈਂਦੇ ਉਹਨੂੰ। ਉਹ ਹੌਸਪੀਟਲ ਨਰਸ ਲੱਗ ਜਾਂਦੀ ਹੈ। ਉਹ ਕੁਦਰਤੀ ਜਿਹੜਾ ਸੁੰਗ ਆ ਉਹਦਾ ਭਰਾ, ਉਹ ਵੀ ਬਿਮਾਰ ਹੋ ਕੇ ਆ ਜਾਂਦਾ ਉੱਥੇ। ਉਹ ਦੇਖਭਾਲ ਉਹਦੀ ਕਰਦੀ ਹੈ, ਘਰ ਲਿਆਉਣੀ ਉਹਨਾਂ ਨੂੰ। ਉਹ ਵਿਆਹ ਕਰਾ ਲੈਂਦੇ ਆ ਉਸ ਵਿੱਚ। ਇਸ ਤਰ੍ਹਾਂ ਦਾ ਜਿਹੜਾ ਉਹ ਪਰ ਹੁੰਦਾ ਕੀ ਹੈ, ਜਦੋਂ ਇੱਕ ਨਾ ਜਿਹੜੇ ਆਮ ਲੋਕਾਂ ਨੂੰ ਲੱਭਣ ਵਾਲੇ ਹੁੰਦੇ ਨੇ, ਜਦੋਂ ਹੁਣ ਪਾਕਿਸਤਾਨ ਦਾ ਬਣਿਆ ਹੋਇਆ ਖੋਏ ਹੋਏ ਲੋਕਾਂ ਨੂੰ ਲੱਭਣ ਵਾਲੇ, ਉਹਦੇ ਵਿੱਚ ਲੱਭਣ ਵਾਲੇ ਇੱਕ ਅਖਬਾਰ 'ਚ ਖਬਰ ਆਉਂਦੀ ਹੈ, ਉੱਥੇ ਚਲੇ ਜਾਂਦਾ ਸੁੰਗ ਵੀ ਮੈਂ ਜਾ ਕੇ ਦੇਖਾਂ। ਉਹਦੀ ਥਿੰਕ ਟੋਨ ਜਿਹੜੀ ਉਹਦੀ ਦਾਦੀ ਹੈ ਵੀ ਇੱਥੇ ਜਿਉਂਦੀ ਹੈ, ਉਹਦੇ ਵਿੱਚ ਹੁੰਦਾ। ਉਹ ਜਾ ਕੇ ਦੇਖਦਾ ਉੱਥੇ। ਜਦੋਂ ਜਾ ਕੇ ਉੱਥੇ ਦੇਖਦਾ, ਉਹ ਉੱਥੇ ਆਪਣੇ ਘਰ ਜਾਂਦਾ। ਆ ਕੇ ਫਿਰ ਉਹ ਘਰ ਗੱਲ ਕਰਦਾ ਲਿਲੀ ਨਾਲ। ਲਿਲੀ ਦੇਖ ਕੇ ਹੈਰਾਨ ਹੋ ਜਾਂਦੀ ਹੈ, ਇਹ ਤਾਂ ਮੇਰਾ ਸਗਾ ਭਰਾ ਹੈ। ਦੱਸਦਾ ਨਾ ਵੀ ਉੱਥੇ ਐ ਇਸ ਤਰ੍ਹਾਂ ਗਲੀਆਂ ਸੀ, ਇਸ ਤਰ੍ਹਾਂ ਸੀ। ਹੁਣ ਉਹ ਡਿਪਰੈਸ਼ਨ ਵਿੱਚ ਚਲੇ ਜਾਂਦੀ ਹੈ। ਜਦ ਵੀ ਉਹਦੇ ਨੇੜੇ ਜਾਂਦਾ ਉਹ ਡਿੱਗ ਪੈਂਦੀ ਹੈ। ਇਸ ਤਰ੍ਹਾਂ ਨਾਲ ਉਹਨੂੰ ਹੌਸਪੀਟਲ ਲੈ ਜਾਂਦੇ ਅਤੇ ਉੱਥੇ ਕੁਛ ਠੀਕ ਹੋ ਜਾਂਦੀ। ਫਿਰ ਲਿਆਉਂਦੇ ਉਹਨੂੰ, ਫਿਰ ਲਿਆ ਕੇ ਉਹਨੂੰ, ਅਤੇ ਇੱਕ ਇਹਦੇ ਨੂੰ ਖਬਰ ਛਪਦੀ ਹੈ ਬੰਗਲੌਰ 'ਚ। ਬੰਗਲੌਰ 'ਚ ਇਹ ਖਬਰ ਛਪਦੀ ਹੈ ਕਿ ਜਿਹੜਾ ਇੱਕ ਨਰਸ ਜਿਹੜੀ ਕੁੜੀ ਹੈ, ਉਹਦੇ ਭਰਾ ਦੇ ਕੋਲ ਕੋਈ ਔਲਾਦ ਨਹੀਂ ਹੈਗੀ। ਉਹਦੀ ਭਰਾ ਅਤੇ ਭਰਜਾਈ ਨੂੰ ਜਿਹੜੀ ਉਹ ਚਾਹੀਦੀ ਹੈ, ਮਦਰ ਚਾਹੀਦੀ ਹੈ, ਜਿਹਨੂੰ ਕੀ ਮਦਰ ਕਹਿੰਦੇ ਆਪਾਂ, ਜੋ ਕੁੱਖਾਂ ਕਿਰਾਏ 'ਤੇ ਜਿਵੇਂ ਕਿ ਉਹਦੇ ਲਈ ਸ਼ਬਦ ਹੈਗਾ ਜੀ, ਉਹਦੇ ਲਈ ਉਹ ਮਦਰ ਹੈਗੀ, ਮੈਂ ਦੱਸਦਾ। ਤਾਂ ਉਹ ਬਣਨਾ ਸਵੀਕਾਰ ਕਰ ਲੈਂਦੀ ਹੈ। ਉਹਦੇ ਵਿੱਚ ਕੀ ਹੁੰਦਾ ਕਿ ਉਹਦੇ ਭਰਾ ਸੀਮਨ ਜਾਂ ਉਹਦੀ ਜਿਹੜੀ ਭਰਜਾਈ ਹੈ ਉਹਦਾ, ਉਹ ਲੈ ਕੇ ਜਿਹੜਾ ਐਗ ਹੈਗਾ ਜੀ, ਉਹ ਡਿਵੈਲਪ ਕਰਕੇ ਆਪ ਪਾਲਦੀ ਆਪਣੇ ਘਰ 'ਚ ਪਿੰਡ ਰੱਖ ਕੇ। ਇਹ ਖਬਰ ਅਖਬਾਰ ਛਪਦੀ ਹੈ। ਉਹ ਕਹਿੰਦੀ ਵੀ ਸੁੰਗ ਦਾ ਕੀ ਕਸੂਰ ਇਹਦੇ 'ਚ। ਮੈਂ ਦੱਸੀ ਤਾਂ ਮੈਂ ਇਹਨੂੰ ਕੀ ਗੱਲ ਹੈ। ਜਦੋਂ ਪਾਲ ਸਕਦੀ ਹੈ ਤਾਂ ਉਹ ਜਦੋਂ ਉਹਨੂੰ ਦੱਸਣ ਦੀ ਕੋਸ਼ਿਸ਼ ਕਰਦੀ ਹੈ, ਉਹ ਕਹਿੰਦੇ ਵੀ ਖੁਸ਼ ਹੋ ਗਈ। ਉਹਨੂੰ ਫਿਰ ਉਹਦੇ ਕੋਲ ਜਾਣ ਦੀ ਕੋਸ਼ਿਸ਼ ਕਰਦਾ, ਫਿਰ ਉਹ ਜਾ ਕੇ ਡਿੱਗ ਪੈਂਦੀ ਹੈ। ਇਸ ਤਰ੍ਹਾਂ ਨਾਲ ਜਿਹੜੀ ਇਹ ਕਹਾਣੀ ਇੱਥੇ ਜਿਹੜੀ ਸਮਾਪਤ ਹੋ ਜਾਂਦੀ ਹੈ। ਪਰ ਵੀ ਇਹ ਜਿਹੜੀ ਅਸੰਭਵ ਹੈ, ਤਾਂ ਉਹ ਜਿਹੜਾ ਦੋਵੇਂ ਯਮ ਅਤੇ ਯਮਨੀ ਉਹ ਅੱਗੇ ਦੇਖਣ ਚਲੇ ਜਾਣ ਕਿ ਹੋਰ ਦੇਖੋ ਵੀ ਕਿਤੇ ਇਸ ਤਰ੍ਹਾਂ ਦਾ ਹੈ। ਤੋ ਖੈਰ ਸ਼ੈਲਵੀ ਜੀ, ਤਾਂ ਗੱਲ ਹੀ ਤੁਹਾਡੀ ਕਿਤਾਬਾਂ ਦੀ, ਪਰ ਮੈਂ ਕਹੂੰਗਾ ਵੀ ਜਿਵੇਂ ਇੱਕ ਤੁਹਾਡੀ ਹਿੰਦੀ ਦੇ ਵਿੱਚ ਜਿਹੜੀ ਕਾਲ ਕਲੰਤਰ ਹਿੰਦੀ 'ਚ ਵੀ ਅਨੁਵਾਦ ਹੋਈ ਹੈ, ਅਤੇ ਸਵੈ ਜੀਵਨੀ ਜਲਾਲਤ। ਕਿਉਂਕਿ ਜਿਹੜੀ ਜਦੋਂ ਆਪਾਂ ਸਵੈ ਜੀਵਨੀ ਲਿਖਦੇ ਹਾਂ ਤਾਂ ਕਿੰਨਾ ਕੁਝ ਹੁੰਦਾ ਵੀ ਆਪਾਂ ਨਿਰਪੱਖ ਹੋ ਕੇ ਹੈ ਨਾ ਲਿਖ ਸਕੀਏ। ਕਿਉਂਕਿ ਜ਼ਿੰਦਗੀ 'ਚ ਕਈ ਗੱਲਾਂ ਹੁੰਦੀਆਂ ਨੇ ਜਿਹੜਾ ਬੰਦਾ ਆਪਣੇ ਆਪ ਤੋਂ ਵੀ ਲੁਕਾਉਂਦਾ, ਅਤੇ ਉਹਨੂੰ ਹੁੰਦਾ ਵੀ ਅਸੀਂ ਕਿਸੇ ਨੂੰ ਕੀ ਦੱਸਣਾ। ਪਰ ਜਦੋਂ ਸਵੈ ਜੀਵਨੀ ਲਿਖਦੇ ਹਾਂ ਤਾਂ ਆਪਣੀਆਂ ਜਿਹੜੀਆਂ ਕਮੀਆਂ ਪੇਸ਼ੀਆਂ ਵੀ ਨੇ ਹੈ ਨਾ, ਜੋ ਆਪਣੇ ਅੰਦਰ ਵਿਕਾਰ, ਉਹਨਾਂ ਬਾਰੇ ਵੀ ਕਈ ਵਾਰ ਆਪਾਂ ਨੂੰ ਸਾਂਝ ਪਾਉਣੀ ਪੈ ਜਾਂਦੀ ਹੈ। ਬੜਾ ਔਖਾ ਜਿਹਾ ਕੰਮ ਹੋ ਜਾਂਦਾ, ਕਿਉਂਕਿ ਜਿਵੇਂ ਤੁਹਾਡੀ ਲਾਈਨ ਲਿਖਣ ਵਾਸਤੇ ਜਿਉਣ ਨਾਲੋਂ ਕਿਤੇ ਵੱਧ ਤਾਣ ਦੀ ਲੋੜ ਹੁੰਦੀ ਹੈ। ਗੱਲ ਤਾਂ ਇਹੀ ਹੈ ਨਾ ਵੀ ਇਹਨੂੰ ਥੋੜ੍ਹਾ ਔਖਾ ਕੰਮ ਆ ਥੋੜ੍ਹਾ ਜਿਹਾ,
ਇਹ ਕਦੋਂ ਤੁਹਾਡਾ ਸਬੱਬ ਬਣਿਆ ਵੀ ਇਹਨੂੰ ਆਪਾਂ ਕਿਤਾਬ ਦਾ ਰੂਪ ਦਈਏ, ਅਤੇ ਕੀ ਕੁਝ ਤੁਸੀਂ ਇਹਦੇ ਵਿੱਚ ਜ਼ਿਆਦਾ ਵਿਸ਼ੇ ਚੁਣੇ ਨੇ? ਕਿਉਂਕਿ ਜ਼ਿੰਦਗੀ ਦੇ ਵਿੱਚ ਕਹਾਣੀ ਜਦੋਂ ਲਿਖਦੇ ਹਾਂ ਕਈ ਵਿਸ਼ੇ ਤੁਹਾਨੂੰ ਕੁਝ ਚੀਜ਼ਾਂ ਟੁੰਬਦੀਆਂ ਨੇ, ਪਰ ਜਦੋਂ ਆਪਾਂ ਪੂਰੀ ਜ਼ਿੰਦਗੀ ਦੀ ਗੱਲ ਕਰ ਲੈਂਦੇ ਹਾਂ ਨਾ, ਤਾਂ ਕਿੰਨੀਆਂ ਚੀਜ਼ਾਂ ਨੇ ਉਹ 'ਚ, ਹਾਸੇ ਵੀ ਨੇ, ਗਮ ਵੀ ਨੇ, ਤਾਂ ਆਪਾਂ ਇਹ ਹੁੰਦਾ ਵੀ ਸਾਰੇ ਪਹਿਲੂਆਂ ਤੇ ਬਾਰੇ ਲਿਖੀਏ। ਤਾਂ ਕੀ ਉਹ 'ਚ ਗੱਲਾਂ ਤੁਸੀਂ ਜ਼ਿਕਰ ਕੀਤਾ ਆਪਣੀ ਲਾਈਫ ਦਾ? ਉਸ ਵਿੱਚ ਮੇਰੇ ਜਿਹੜਾ ਲਿਖਣ ਦਾ ਆਧਾਰ ਸੀ, ਉਹ ਮੈਂ ਜਿੰਨੀਆਂ ਚਿੱਠੀਆਂ ਲਿਖਦਾ ਤਾਂ ਉਹਦੇ 'ਚ ਲਿਖਦਾ ਕਿ ਮੈਂ ਆਪਣੇ ਜੀਵਨ ਨੂੰ ਅਰਥਹੀਨ ਸਮਝਦਾ। ਆਪਣੇ ਜੀਵਨ ਨੂੰ ਮੈਂ ਸਮਝਦਾ ਇਹ ਜੀਵਨ ਮੇਰਾ ਅਰਥਹੀਨ ਹੈ। ਅਤੇ ਅਰਥਹੀਨ ਜੀਵਨ 'ਚ ਸਵੈ ਜੀਵਨੀ ਲਿਖਣ ਦੀ ਗੱਲ ਕਰੀਏ ਸ਼ੁਰੂ ਤੋਂ, ਤਾਂ ਮੈਂ ਇਹ ਡਾਇਰੀ ਲਿਖਦਾ ਕਿ ਜਿਹੜਾ ਇਹ ਜੀਵਨ ਹੈ ਯਾਰ ਮੈਂ ਜੀਣਾ ਹੀ ਨਹੀਂ ਚਾਹੁੰਦਾ। ਜੀ, ਇਹ ਲੇਖਕ ਇੰਨਾ ਨੈਗੇਟਿਵ ਕਿਵੇਂ ਹੋ ਸਕਦਾ? ਲੇਖਕ ਇੱਕ ਇਨਸਾਨ ਹੁੰਦਾ, ਬਤੌਰ ਲੇਖਕ ਉਹ ਹੋਰ ਹੈ। ਮੈਂ ਇਹੀ ਗੱਲ ਕਰਾਂਗਾ, ਇਹਦੇ ਵਿੱਚੋਂ ਗੱਲ ਜਿਹੜਾ ਨਿਕਲੇਗੀ ਫਿਰ ਤੁਸੀਂ ਦੇਖ ਲਿਓ। ਅੱਜ ਤੁਸੀਂ ਦੇਖੋ ਵੀ ਕਿੰਨੇ ਲੋਕ ਜਿਹੜੇ ਉਹ ਆਤਮ ਹੱਤਿਆ ਕਰਕੇ ਮਰ ਰਹੇ ਨੇ। ਜਿਵੇਂ ਤੁਸੀਂ ਪਹਿਲਾਂ ਕਾਨੂੰਨ ਦੀ ਗੱਲ ਕੀਤੀ ਸੀ, ਮੈਂ ਉਹ ਗੱਲ ਛੱਡਣੀ ਸੀ ਪਹਿਲਾਂ। ਤੁਸੀਂ ਦੇਖੋ ਵੀ ਇੱਜ਼ਤ ਵਾਸਤੇ ਕਤਲ ਹੈ, ਤੁਸੀਂ ਕਾਨੂੰਨ ਦੀ ਗੱਲ ਕਰਦੇ ਸੀ, ਕਿੰਨੇ ਕਤਲ ਹੋ ਰਹੇ ਨੇ। ਕਾਨੂੰਨ ਤਾਂ ਬਣ ਗਿਆ ਚਲੋ, ਅਤੇ ਇਸ ਤਰ੍ਹਾਂ ਦਾ ਜਿਹੜਾ ਇੱਕ ਪਾਸੇ ਸਮਾਜ ਹੈ, ਇੱਕ ਪਾਸੇ ਜਿਹੜਾ ਸਾਡਾ ਅਸਲ ਜਿਹੜਾ ਸਾਡਾ ਦੇਸ਼ ਹੈ ਇਹਨਾਂ ਰੂੜੀਵਾਦੀ ਹੈ ਕਿ ਇਹ 15ਵੀਂ ਸਦੀ ਤੋਂ ਲੈ ਕੇ 21ਵੀਂ ਸਦੀ ਤੋਂ ਚੱਲ ਰਿਹਾ। ਉਹਨੇ ਪੁਰਾਣੇ ਲੋਕ ਵੀ ਇੱਥੇ ਰਹਿ ਰਹੇ ਨੇ ਅਤੇ ਅੱਜ ਦੇ ਵੀ ਰਹਿ ਰਹੇ ਨੇ, ਤਾਂ ਉਸ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਸੁਭਾਵਿਕ ਹੋਣੀਆਂ ਹੋ ਵੀ ਰਹੀਆਂ ਨੇ। ਕਿੰਨੀਆਂ ਲੜਕੀਆਂ ਨੂੰ ਕਿਸ ਤਰ੍ਹਾਂ ਮਾਰਿਆ ਗਿਆ, ਕਈ ਵਾਰ ਤਾਂ ਉਹ 4-5 ਸਾਲ ਤੇ ਬਾਅਦ ਫਿਰ ਮਾਰਦੇ, ਕਿਉਂ ਗੱਲ ਨਿਕਲ ਜੀ ਨਹੀਂ ਦਿਮਾਗ 'ਚੋਂ। ਕਹਾਣੀਆਂ ਕਿੰਨੀਆਂ ਲਿਖੀਆਂ ਗਈਆਂ ਇਹਦੇ ਉੱਤੇ, ਕਿੰਨੀਆਂ ਪਿਕਚਰਾਂ ਬਣੀਆਂ ਨੇ। ਅਸਲ ਜਿਹੜਾ ਤੁਸੀਂ ਕਿਹਾ ਵੀ ਲੇਖਕ ਕੀ ਹੁੰਦਾ ਹੈ, ਚਲੋ ਮੈਂ ਤਾਂ ਤੁਹਾਨੂੰ ਇਹ ਗੱਲ ਸਵੈ ਜੀਵਨੀ ਵਿੱਚੋਂ ਕਰ ਰਿਹਾ ਸੀ, ਲੰਬੀ ਗੱਲ ਕਰਨ ਦੀ ਬਜਾਏ। ਤਾਂ ਮੈਂ ਉਹਦੇ ਵਿੱਚ ਜਿਹੜਾ ਆਪਣੇ ਆਪ ਮੈਂ ਜੀਵਨ ਨੂੰ ਜਿਹੜੀ ਅਰਥਹੀਨ ਸਮਝਦਾ, ਅਤੇ ਕੋਈ ਅਰਥ ਹੀ ਨਹੀਂ ਉਹਦਾ, ਕੋਈ ਜੀਵਨ ਦਾ ਮਤਲਬ ਨਹੀਂ ਹੈ। ਇਹ ਮੇਰੇ 'ਚ ਗੱਲ ਕਿਉਂ ਆਈ ਹੈ? ਇਹ ਮੇਰੇ 'ਚ ਗੱਲ ਧਾਰਮਿਕ ਮੈਂ ਇੰਨਾ ਉਸ ਵੇਲੇ ਸਾਡੇ ਘਰ ਦੇ ਵਿੱਚ ਮਹਾਂਭਾਰਤ ਪੜ੍ਹੇ ਜਾਂਦੇ ਨੇ, ਗੀਤਾ ਹੈ, ਮੈਂ ਬਹੁਤ ਜ਼ਿਆਦਾ ਧਾਰਮਿਕ ਹੈ। ਅਤੇ ਉਹਦੇ ਵਿੱਚ ਮੈਂ ਕੋਸ਼ਿਸ਼ ਕਰਦਾ, ਕਵਿਤਾ ਲਿਖ ਕੇ ਜਾਂਦਾ, ਅਤੇ ਜਦੋਂ ਇਹ ਸਫਲ ਹੋ ਜਾਂਦਾ, ਬਹੁਤੀ ਲੰਬੀ ਗੱਲ ਕਰਨ ਤੋਂ ਬਾਅਦ, ਮੈਂ ਚਾਹੁੰਦਾ ਫਿਰ ਮੈਨੂੰ ਕੀ ਕਰਨਾ ਚਾਹੀਦਾ। ਹਾਲਾਂਕਿ ਮੈਂ ਨੌਕਰੀ ਕਰਦਾ, ਸਰਵਿਸ ਕਰਦਾ, ਅਤੇ ਮੇਰੀ ਉਮਰ ਜਿਹੜੀ ਇੰਨੀ ਕੁਛ ਨਹੀਂ ਹੈਗੀ ਜਿਹਦੇ ਵਿੱਚ ਬੰਦਾ ਨੌਜਵਾਨ ਹੁੰਦਾ, ਉਹ ਤਾਂ ਗੱਲਾਂ ਦਿਮਾਗ 'ਚ ਨਹੀਂ ਆਉਂਦੀਆਂ। ਅਤੇ ਮੈਂ ਫਿਰ ਇੱਕ ਮੇਰਾ ਦੋਸਤ ਹੈ CPI ਦਾ ਮੈਂਬਰ ਹੈ, ਉਹ ਕਰਨੈਲ ਸਿੰਘ, ਮੈਂ ਫਿਰ ਮਾਰਕਸਵਾਦ ਪੜ੍ਹਨਾ ਸ਼ੁਰੂ ਕਰ ਦਿੰਦਾ। ਮਾਰਕਸਵਾਦ ਜਿਹੜਾ ਵੀ ਸਮਾਜ ਹੈ ਉਹਦੇ ਕਿਸ ਤਰ੍ਹਾਂ ਦੀ ਵੰਡ ਹੈ, ਕੀ ਹੈ, ਕੀ ਉਹਨੂੰ ਬਦਲਣਾ, ਕੀ ਕਰਨਾ ਚਾਹੀਦਾ। ਇੱਕ ਪਾਸੇ ਮੇਰਾ ਰੁਝਾਨ ਮਿਲਦਾ ਲਾਈਫ ਨੂੰ। ਅਤੇ ਫਿਰ ਜਿਹੜੀ ਅਸਲ ਗੱਲ ਹੈਗੀ ਤੁਹਾਨੂੰ ਮੈਂ ਦੱਸਣੀ ਚਾਹੁੰਦਾ ਕਿ ਮੈਂ 17/8/72 ਨੂੰ ਬਦਲੀ ਕਰਾ ਕੇ ਆਪਣੇ ਪਿੰਡ ਆ ਜਾਂਦਾ ਜੀ। ਜਿਹੜੀ ਇੱਕ ਕਲੈਰੀਕਲ ਜੋਬ ਉਹਨੂੰ ਅਫਸਰ ਜੋਬ ਸਮਝਿਆ ਜਾਂਦਾ, ਕਿਉਂਕਿ ਉਹਦੇ ਕੋਲ ਜਿਹੜੇ ਸਾਰੇ ਬੰਦੇ ਆਪਣੇ ਕੰਮ ਨੂੰ ਆਉਂਦੇ ਨੇ। ਕੋਈ ਬੰਦੇ ਉਹਦੀ ਚਾਪਲੂਸੀ ਕਰਦੇ ਨੇ, ਉਹਨੂੰ ਆਪਣਾ ਪਤਾ ਹੀ ਨਹੀਂ ਮੈਂ ਕਿੱਥੇ ਖੜ੍ਹਾ, ਪਤਾ ਹੀ ਨਹੀਂ ਲੱਗਦਾ ਉਹਨੂੰ। ਅਫਸਰ ਨੂੰ ਨਹੀਂ ਪਤਾ ਲੱਗਦਾ, ਜਾਂ ਬਾਅਦ 'ਚ ਪਤਾ ਲੱਗਦਾ ਰਿਟਾਇਰਮੈਂਟ ਦੇ। ਤਾਂ ਉੱਥੇ ਆ ਕੇ ਮੈਨੂੰ ਪਤਾ ਲੱਗਦਾ ਕਿ ਸਮਾਜ, ਪਿੰਡ ਅਤੇ ਇੱਥੇ ਕੀ ਹੈ। ਉੱਥੇ ਇੱਕ ਤਰ੍ਹਾਂ ਦੀ ਕਾਸਟਿਜ਼ਮ ਹੈ ਸਕੂਲ ਦੇ ਵਿੱਚ। ਉਸ ਕਾਸਟਿਜ਼ਮ ਦੇ ਵਿੱਚ ਜਿਹੜੀ ਭਾਰੂ ਤੇ ਰਹਿ ਉੱਚੀ ਜਾਤ ਦੀ, ਉਹਦਾ ਇੱਕ ਕੰਟਰੋਲ ਹੈ ਉਹਦੇ ਕੋਲ ਇੱਕ। ਅਤੇ ਮੈਂ ਉੱਥੇ ਮਾਰਕਸਵਾਦ ਪੜ੍ਹਿਆ ਹੋਇਆ, ਉੱਥੇ ਮੇਰਾ ਇੱਕ ਕਲੈਸ਼ ਤਾਂ ਰਹਿੰਦਾ ਹੀ ਹਰ ਬੰਦੇ ਦਾ, ਚਾਹੇ ਮਾਨਸਿਕ ਹੈ, ਚਾਹੇ ਉਹਨੂੰ ਕਿੱਥੇ ਰੱਖ ਸਕਦਾ, ਉਹ ਕਿੰਨਾ ਕੁ ਰੱਖ ਸਕਦਾ। ਤਾਂ ਕਲੈਸ਼ ਤਾਂ ਹੈ ਵਿਅਕਤੀ ਦਾ, ਆਪਣੇ ਆਪ ਨਾਲ ਵੀ ਹੈ, ਬਾਹਰ ਵੀ ਹੈਗਾ। ਉੱਥੇ ਮੈਂ ਜਿੱਥੇ ਬੰਦੇ ਨੂੰ ਬੰਦਾ ਨਹੀਂ ਸਮਝਦੇ, ਇੱਕ ਲੰਬੀ ਮੈਂ ਉਹ ਲਿਖਦਾ। ਇਹ ਸਕੂਲ 'ਚ ਵਾਪਰਿਆ। ਹੋਰ ਬੜੇ ਕਢਾਉਣ ਸੀ ਮੈਂ ਉੱਥੇ ਨਾ, ਜਿਹੜਾ ਸੇਵਾਦਾਰ ਹੈ ਉਹਨੂੰ ਕੋਲ ਬਿਠਾ ਲਦਾ ਸੀ, ਉਹ ਜਦ ਉੱਠ ਜਾਂਦਾ ਸੀ, ਉਹ ਇਹ ਕਹੂੰਗੇ ਵੀ ਕੁਰਸੀ 'ਤੇ ਨਹੀਂ ਬੈਠਣਾ ਹੈਗਾ।
ਬੱਚਿਆਂ ਦੀ ਫਿਰ ਸਥਿਤੀ, ਤੁਹਾਨੂੰ ਇੱਕ ਹੋਰ ਮਹੱਤਵਪੂਰਨ ਗੱਲ ਦੱਸਦਾ। ਮੇਰੇ ਤਾਂ ਇਸ ਕਹਾਣੀ ਵਿੱਚ ਉਹ ਇਸ ਤਰ੍ਹਾਂ ਹੁੰਦਾ ਕਿ ਜਿਹੜੇ ਯਤਨ ਨਾਂ ਲਏ ਜਾਂਦੇ ਨੇ ਸਕੂਲ 'ਚ, ਇੱਕ 7ਵੀਂ ਦਾ ਅਧਿਆਪਕ ਬੱਚਿਆਂ ਦੇ, ਇਹ ਆਇਆ ਇਹਦੇ ਵਿੱਚ ਸਵੈਜੀਵਨੀ 'ਚ ਜੀ, ਉਹ ਨਾਂ ਲਿਖ ਰਿਹਾ। ਦੇਖੋ ਕਿਸ ਤਰ੍ਹਾਂ ਨਾਂ ਲਿਖ ਰਿਹਾ। ਜਦ ਕੋਈ ਵਾਲਮੀਕੀ ਆਉਂਦਾ, ਸ਼ਬਦ ਵਰਤ ਨਹੀਂ ਸਕਦੇ ਅਸੀਂ, ਟੱਟੀ ਚੱਕ, ਜੁੱਤੀ ਕੱਟ, ਗੁੱਲੀ ਕੱਢ, ਬਾਲ ਵੱਢ, ਫਲਾਣਾ ਕਰ। ਬੱਚਿਆਂ ਦੀ ਕੌਂਸ਼ੀਅਸ ਦੀ ਗੱਲ ਤੁਹਾਨੂੰ ਦੱਸਦਾ ਮੈਂ। ਇੱਕ ਮਨੁ ਸਕੂਲ ਦੇ ਵਿੱਚ ਕਲਰਕ ਹੈ, ਉਹ ਬੱਚੇ ਮੇਰੇ ਕੋਲ ਆਉਂਦੇ ਨੇ, ਕਹਿੰਦੇ ਸਾਰੇ ਇਸ ਤਰ੍ਹਾਂ ਕਰਿਆ। ਮੈਂ ਉਹਨੂੰ ਬੁਲਾਉਂਦਾ, ਬੁਲਾ ਕੇ ਮੈਂ ਉਹਨੂੰ ਉੱਡ ਜਾਂਦਾ, ਉਹਨੂੰ ਮੈਂ ਕਿਆ ਕਰਦਾ ਤੂੰ। ਜਾਣੀ ਇਹ ਹੈ ਕਿ ਸਕੂਲ ਦੇ ਵਿੱਚ ਚਲੋ ਬਹੁਤ ਇਹਦੇ ਵਿੱਚ ਹੋਰ ਘਟਨਾਵਾਂ ਨੇ, ਟੀਚਰਸ ਦੀਆਂ ਨੇ, ਪਿੰਡ ਦੀਆਂ ਨੇ। ਜੇ ਤੁਸੀਂ ਇੱਕ ਨਿੱਕੀ ਜਿਹੀ ਗੱਲ ਕਰੋ, ਮੈਂ ਕਹਾਣੀ ਇਹਨੂੰ ਗੱਲ ਨੂੰ ਖ਼ਤਮ ਕਰਾਂ ਇਸ ਨੂੰ, ਤਾਂ ਇਹ ਹੈ ਕਿ ਪਿੰਡ ਦੇ ਵਿੱਚ ਜਦ ਮੈਂ ਵਿਚਰਦਾ ਤਾਂ ਹਰੇਕ ਬੰਦੇ ਨੂੰ ਪਹਿਲੀ ਵਾਰ ਬੁਲਾਉਂਦਾ ਮੈਂ। ਜਦ ਦੂਸਰੀ ਵਾਰ ਜਾਂਦਾ ਮੈਂ ਦੇਖਦਾ ਮੈਨੂੰ ਬੁਲਾਉਂਦਾ ਕਿ ਨਹੀਂ ਬੁਲਾਉਂਦਾ। ਖਾਸ ਕਰ ਮੈਂ ਉੱਚਿਤ ਵਰਗ ਦਾ ਸਮਝਦਾ, ਜਦ ਨਹੀਂ ਬੁਲਾਉਂਦਾ ਨਾ ਤਾਂ ਨੀਵੇਂ ਵਰਗ ਦੇ ਨੂੰ ਮੈਂ ਕੋਲ ਬੁਲਾ ਕੇ ਉਹਦੇ ਕੋਲੋਂ ਲੱਗ ਜਾਂਦਾ ਅਹਿਸਾਸ ਕਰਾਉਣ ਨੂੰ। ਇਹਦੇ ਬਾਰੇ ਡਾਕਟਰ ਜਨੀਸ਼ ਬਹਾਦਰ ਸਿੰਘ ਇਹ ਲਿਖਦੇ ਕਿ ਇਹ ਜਿਹੜੀ ਉਸ ਨੂੰ ਬੁਲਾ ਕੇ ਅਤੇ ਉਹਨੂੰ ਨਾ ਬੁਲਾ ਕੇ ਆਪਣੇ ਮਨ ਦੀ ਜਿਹੜੀ ਉਹਦੇ ਵਿੱਚ ਖਿਲਾਫ ਉਹਨੂੰ ਪੈਦਾ ਕਰਨ ਦੀ ਕੋਸ਼ਿਸ਼ ਕਰਦਾ। ਚੱਲ ਵੀ ਤੁਹਾਡੀ ਜਿਹੜੀ ਕਾਲ ਕਲੰਤਰ ਕਿਤਾਬ, ਉਹਦੇ ਬਾਰੇ ਵੀ ਸਾਡੇ ਨਾਲ ਥੋੜ੍ਹਾ ਜਿਹਾ ਜ਼ਰੂਰ ਸਾਂਝ ਪਾਓ, ਜੋ ਵਿਸ਼ਿਆਂ ਦੇ ਬਾਰੇ ਕੀ ਲਿਖਿਆ ਉਹਦੇ ਵਿੱਚ। ਹਾਂ, ਇਹ ਤੁਸੀਂ ਬਹੁਤ ਹੀ ਵਧੀਆ ਸਵਾਲ ਕੀਤਾ। ਅਤੇ ਕਿਉਂਕਿ ਮੈਨੂੰ ਹੁਣ ਇਤਿਹਾਸ ਮਿਥਿਹਾਸ ਦਾ ਕਹਾਣੀਕਾਰ ਹੀ ਕਿਹਾ ਜਾਂਦਾ ਜੀ। ਸਾਰੇ, ਚਾਹੇ ਪੰਜਾਬੀ ਯੂਨੀਵਰਸਿਟੀ ਪਟਿਆਲੇ 'ਚ ਕਿਤੇ ਵੀ, ਇਹ ਸਾਰਾ ਜਦੋਂ ਇਹਦਾ ਐਨਾਲਿਸਿਸ ਦਾ ਕਹਾਣੀ ਦਾ, ਤਾਂ ਇਸ ਤਰ੍ਹਾਂ ਹੋਈ ਗੱਲ। ਜਿੰਨਾ ਕੁ ਮੈਂ ਤੁਹਾਨੂੰ ਦੱਸਦਾ, ਤਾਂ ਜਦੋਂ ਵੀ ਮੈਨੂੰ ਗਿਆਨ ਸਿੰਘ ਬੱਲ ਨੇ ਮਿਲਣਾ, ਗਿਆਨ ਸਿੰਘ ਬੱਲ ਇੱਕ ਬਹੁਤ ਬੜਾ ਵਿਦਵਾਨ ਸੀ, ਹੁਣ ਤੱਕ ਕਹਿ ਸਕਦੇ ਅਸੀਂ, SDMC ਬਹੁਤ ਕਿਤਾਬਾਂ ਲਿਖੀਆਂ ਉਹਨੇ ਜਲੰਧਰ ਤੋਂ। ਉਹਨੇ ਕਹਿਣਾ ਵੀ ਸੈਲਵੀ ਸਾਹਿਬ, ਸਾਨੂੰ ਮੱਧਕਾਲ ਤੋਂ ਪਿੱਛੇ ਜਾਣਾ ਚਾਹੀਦਾ। ਮੈਂ ਕਿਹਾ ਮੱਧਕਾਲ ਤੋਂ ਪਿੱਛੇ ਕਿਵੇਂ ਜਾਇਆ ਜਾਵੇ। ਤਾਂ ਮੈਂ ਇੱਕ ਕਿਤਾਬ ਦੇਖੀ, ਮੇਰੇ ਕੋਲ +1 ਦੀ ਕਿਤਾਬ ਸੀ, ਬਿਹਤਰ ਨਹੀਂ ਹੋ ਰਿਹਾ। ਤਾਂ ਜਿਹੜੀ ਮੈਂ ਤੁਹਾਨੂੰ ਦੱਸਦਾ, ਮੈਂ ਸਾਹਿਤ ਵਿੱਚੋਂ ਨਹੀਂ, ਜਿਹੜਾ ਮੈਂ ਜ਼ਿਆਦਾ, ਜਿਵੇਂ ਪ੍ਰੋਫੈਸਰ ਸਾਹਿਬ ਕਹਿੰਦੇ ਸੀ ਕਿ ਤੁਸੀਂ ਇਹ ਜੋਗਰਫੀ 'ਚੋਂ ਲਿਆ, ਭੂਗੋਲ 'ਚੋਂ ਲਿਆ, ਤਾਂ ਮੈਂ ਜਿਹੜਾ ਬਹੁਤ ਜਿਹੜਾ ਮੈਟਰ ਹੈ ਉਹ ਇਤਿਹਾਸ ਅਤੇ ਭੂਗੋਲ ਆ, ਹੋਰ ਵਿਸ਼ਿਆਂ 'ਚੋਂ ਲੈ ਰਿਹਾ ਜੀ। ਸਾਹਿਤ ਵਿੱਚ ਹੈ ਨਹੀਂ ਉਹ। ਤਾਂ ਮੈਂ ਉਹ, ਮੇਰੀ ਇੱਕ ਪੂਜਾ ਸੀ MA ਕਰਦੀ ਕੁੜੀ, ਉਹਨੂੰ ਕਿਹਾ, ਉਹਨੇ ਕਿਤਾਬ ਲੈ ਕੇ ਦਿੱਤੀ, ਪ੍ਰਾਚੀਨ ਭਾਰਤ ਕਾ ਇਤਿਹਾਸ, ਡਾਕਟਰ ਰਮਾ ਸ਼ੰਕਰ ਤ੍ਰਿਪਾਠੀ ਜੀ। ਉਹ ਕਿਤਾਬ ਲਿਆ ਕੇ ਦਿੱਤੀ। ਅਤੇ ਮੈਂ ਹੋਰ ਵੀ ਬੜਾ ਕੁਛ ਦੇਖਿਆ। ਮੈਂ ਉਸ ਵੇਲੇ ਇੱਕ ਤਰ੍ਹਾਂ ਨਾਲ ਬੈੱਡ 'ਤੇ ਮੇਰੇ, ਮੈਂ ਕਿਤਾਬਾਂ ਦੀ ਲਿਸਟ ਬਣਾਈ ਸੀ, 25 ਕਿਤਾਬਾਂ ਪਈਆਂ ਸੀ। ਮੈਂ ਰਾਤ ਨੂੰ ਉੱਥੇ ਪੈ ਜਾਂਦਾ ਸੀ, ਉਸ ਤਰ੍ਹਾਂ ਫਿਰ ਉੱਠ ਕੇ ਲਿਖਣ ਲੱਗ ਜਾਂਦਾ ਸੀ। ਤਾਂ ਮੇਰੀ ਯਾਦਦਾਸ਼ਤ ਬੜੀ ਘੱਟ ਹੈ। ਤਾਂ ਉੱਥੇ ਮੈਂ ਰਜਿਸਟਰ ਭਰੇ, ਕਿਤਾਬਾਂ ਪੜ੍ਹੀਆਂ, ਉਹ ਭਰਿਆ ਉਹਦੇ ਵਿੱਚੋਂ, ਅਤੇ ਕਹਾਣੀ ਲਿਖਣੀ ਸ਼ੁਰੂ ਕੀਤੀ। ਕਾਲ ਕਾਲਾਂਤਰ ਕਹਾਣੀ ਜਿਹੜੀ, ਇਹ ਸਮੇਂ ਨੂੰ 4 ਭਾਗਾਂ 'ਚ ਬਣਦੀ ਹੈ ਜੀ। ਰਿਗਵੇਦ ਕਾਲ, ਉੱਤਰ ਵੈਦਿਕ ਕਾਲ, ਲੁਕਾਇਤ ਬੁੱਧ ਕਾਲ ਅਤੇ ਮਨੁਸਮ੍ਰਿਤੀ ਕਾਲ। ਜਿਹੜਾ ਰਿਗਵੇਦ ਕਾਲ ਹੈ, ਅਸਲ ਜਿਹੜੇ ਸਾਡੇ ਵੱਡੇ ਵਿਦਵਾਨ ਹੈ ਉਹ ਵੀ ਇਹ ਉਹ ਖਾ ਜਾਂਦੇ ਨੇ ਭੁਲੇਖਾ ਕਿ 4 ਵੇਦਾਂ ਦੀ ਗੱਲ ਕਰਨ ਲੱਗ ਜਾਂਦੇ, ਜਦ ਕਿ ਜਿਹੜਾ ਵੈਦਿਕ ਕਾਲ ਉਹ ਰਿਗਵੇਦ ਕਾਲ ਦਾ ਹੈਗਾ। ਬਾਅਦ ਤਾਂ ਉਹ ਲਿਖੇ, ਬਾਅਦ 'ਚ ਲਿਖੇ ਉਹ ਜੀ। ਤਾਂ ਉਹਦੇ ਵੀ ਜਿਹੜਾ ਕਾਲ ਹੈ, ਉਹਦੇ ਵਿੱਚ ਕਾਲ ਹੈ ਕਿ ਆਰੀਅਨ ਆਉਂਦੇ, ਦਰਬਾਰਾਂ ਨਾਲ ਲੜਾਈ ਕਰਦੇ ਅਤੇ ਕਾਬਜ਼ ਹੋ ਜਾਂਦੇ ਹੌਲੀ ਹੌਲੀ। ਬੜੀ ਲੰਬੀ ਗੱਲ ਹੈ, ਇਹਨੂੰ 1000 ਸਾਲ ਲੱਗ ਜਾਂਦੇ। ਅਤੇ ਉੱਥੇ ਇੱਕ ਸਮਾਜ ਪੈਦਾ ਹੁੰਦਾ, ਜਿਹੜਾ ਸਾਡਾ ਕਲਚਰ ਨਾ, ਅਸਲ ਮੈਂ ਉਹਨੂੰ ਸਪਤ ਸਿੰਧੂ ਦਾ ਕਲਚਰ ਮੰਨਦਾ ਜੀ। ਜਿਹੜੇ ਸਪਤ ਸਿੰਧੂ ਹਨ, ਦਰਿਆ ਲੈ ਕੇ, ਸਿੰਧ ਤੋਂ ਲੈ ਕੇ ਸਰਸਵਤੀ ਤੱਕ ਦਰਿਆ ਨੇ, ਉਹ ਉਦੋਂ ਸਪਤ ਸਿੰਧੂ ਲਿਖਿਆ। ਅਤੇ 7 ਭੈਣਾਂ ਲਿਖਦੇ ਜਿਹੜੇ ਰਿਸ਼ੀ ਹੈ, ਇਹਨੂੰ 7 ਨਦੀਆਂ ਨੂੰ, ਸਤਲੁਜ, ਬਿਆਸ, ਰਾਵੀ, ਚਨਾਬ ਦੇ ਸੰਸਕ੍ਰਿਤ ਨਾਮ ਲਿਖੇ, ਬਸ ਇੱਥੇ ਲੋੜ ਨਹੀਂ ਦੱਸਣ ਦੀ। ਅਤੇ ਉਹ ਕਾਲ ਹੈ।
ਹੁਣ ਜਿਹੜੀ ਸਭ ਤੋਂ ਵੱਡੀ ਗੱਲ ਹੈ ਉਹ ਹੈ ਉੱਤਰ ਵੈਦਿਕ ਕਾਲ ਦੀ, ਜਿਹੜੀ ਮੈਂ ਤੁਹਾਨੂੰ 2 ਗੱਲਾਂ ਕਰਨੀਆਂ ਚਾਹੁੰਦਾ, ਬਹੁਤਾ ਲੰਬਾ ਨਹੀਂ ਜੀ। ਉੱਤਰ ਵੈਦਿਕ ਕਾਲ ਨੂੰ ਸਾਰੇ ਛੱਡ ਦਿੰਦੇ, ਵੈਦਿਕ ਕਾਲ ਤੋਂ ਮੱਧ ਕਾਲ 'ਤੇ ਆ ਜਾਂਦੇ, ਜਦ ਕਿ ਸਾਰਾ ਕੁਛ ਉੱਤਰ ਵੈਦਿਕ ਕਾਲ 'ਚ ਪਿਆ। ਜਿਹੜੀ ਚੇਂਜ ਹੈ, ਅਤੇ ਚੇਂਜ ਕੀ ਆਉਂਦੀ ਹੈ, 2-3 ਗੱਲਾਂ ਦੱਸਦਾ ਤੁਹਾਨੂੰ। ਪਹਿਲੀ ਗੱਲ ਤਾਂ ਇਹ ਹੈਗੀ ਕਿ ਜਿਹੜੇ ਦੇਵਤੇ ਨੇ ਰਿਗਵੇਦ ਦੇ, ਉਹ ਪ੍ਰਾਕਿਰਤਿਕ ਦੇਵਤੇ ਨੇ। ਸੂਰਜ, ਚੰਦਰਮਾ, ਤੁਹਾਨੂੰ ਪਤਾ ਹੀ ਹੈ, ਪ੍ਰਿਥਵੀ, ਅਗਨੀ, ਪਾਣੀ, ਇਹ ਸਾਰੇ, ਇੰਦਰ, ਇਹ ਸਾਰੇ ਕੁਦਰਤ ਨਾਲ ਜੁੜੇ ਹੋਏ, ਕੁਦਰਤ ਦੇ ਨਾਲ। ਉਹ ਇਹਨਾਂ ਦੇਵਤਿਆਂ ਨੂੰ ਛੱਡ ਕੇ 3 ਦੇਵਤਿਆਂ ਦੀ ਸਿਰਜਣਾ ਕਰਦੇ ਨੇ, ਬ੍ਰਹਮਾ, ਵਿਸ਼ਨੂੰ, ਮਹੇਸ਼। ਅਤੇ ਜਿਹੜਾ ਸਭ ਤੋਂ ਪਹਿਲਾ ਹੈ ਕਿ ਉਹ ਜਿਹੜਾ ਸਾਡਾ ਉਪਨਿਸ਼ਦ ਹੈ, ਉਪਨਿਸ਼ਦਾਂ ਵਿੱਚ ਇਹ ਗੱਲ ਕਰਦੇ ਨੇ ਕਿ ਇਹ ਜਿਹੜੀਆਂ ਧਾਰਨਾਵਾਂ ਕਿਵੇਂ ਬਣੀਆਂ, ਕਿਹੜੀਆਂ ਆਤਮਾ, ਪਰਮਾਤਮਾ, ਪਿਛਲਾ ਜਨਮ, ਅਗਲਾ ਜਨਮ ਅਤੇ ਮੁਕਤੀ, ਇਹ ਸਾਰੀਆਂ ਧਾਰਨਾਵਾਂ ਇਹ ਉੱਥੋਂ ਬਣੀਆਂ। ਇਹਨਾਂ 'ਤੇ ਸਮਾਜ ਦਾ ਬਣਾਇਆ ਗਿਆ, ਬੇਸ ਕੀਤਾ। ਉਹਦੇ ਸਮਾਜ ਦੇ ਵਿੱਚ ਕੀ ਆਇਆ, ਵਰਣ ਵਿਵਸਥਾ। ਵਰਣ ਵਿਵਸਥਾ ਆਇਆ ਕਿ ਇਹ ਜਿਹੜੇ ਕੁਛ ਉੱਚੇ ਨੇ, ਕੁਛ ਨੀਵੇਂ ਨੇ। ਇਹ ਰਿਗਵੇਦ 'ਚ ਨਹੀਂ ਹੈ, ਇਹ ਉਹਦੇ ਵਿੱਚ ਆਇਆ। ਅਤੇ ਉਹਦੇ ਵਿੱਚ ਇੱਕ ਹੈਗਾ ਕਿ ਤੁਸੀਂ ਸ਼ਰਾਧ ਕਰੋ, ਉਹਨਾਂ ਦੀ ਪੂਜਾ ਕਰੋ। ਅਤੇ ਇਹ ਜਿਹੜੇ ਕੁਛ ਰਿਸ਼ੀ ਸੀ ਨਾ ਇਹਦੇ ਹੱਕ 'ਚ, ਉਹ ਫਿਰ ਪਰਮਾਤਮਾ ਨੂੰ, ਜਿਹੜਾ ਰਾਜਾ ਹੈ, ਉਹਨੂੰ ਪਰਮਾਤਮਾ ਦਾ ਦੂਤ ਮੰਨਦੇ ਸੀ, ਰੱਬ ਮੰਨਦੇ ਸੀ ਉਹਨੂੰ। ਉਹ ਕਹਿੰਦੇ ਸੀ ਜੇ ਰਾਜਾ ਜ਼ੁਲਮ ਕਰਦਾ ਤਾਂ ਇਹਦਾ 'ਚ ਕਸੂਰ ਕਿਹਦਾ, ਪ੍ਰਜਾ ਦਾ। ਉਹਨੇ ਪਹਿਲਾਂ ਮਾੜੇ ਕਰਮ ਕਰੇ ਨੇ। ਉਹ ਸਾਰੀਆਂ ਗੱਲਾਂ ਕਿਤੇ ਪਾਤੀਆਂ, ਕਿਸਮਤ 'ਤੇ। ਕਿਸਮਤ 'ਤੇ ਜਦ ਕਿ ਕਰਦਾ ਕੌਣ ਹੁੰਦਾ, ਤੁਹਾਨੂੰ ਪਤਾ। ਸਮਾਜ ਵੰਡਿਆ ਕਿਹਨੇ ਹੈ? ਸਮਾਜ ਦਾ ਵੰਡਿਆ ਤਾਂ ਲੋਕਾਂ ਨੇ ਹੈ ਨਾ ਜੀ। ਉਹ ਕਿਹਦੇ ਦੇ ਪਾਤਾ, ਉਹਦੇ ਪਾਤਾ ਵੀ ਤੁਸੀਂ ਮਾੜੇ ਕੰਮ ਕਰੇ ਨੇ। ਸਰ ਇਹ ਜਿਹੜੀ ਤੁਹਾਡੀ ਜਿਹੜਾ ਵਿਸ਼ਾ ਹੈ, ਇਹ ਅਸਲ ਦੇ ਵਿੱਚ ਇੱਕ ਤਰੀਕੇ ਨਾਲ ਆਪਣੇ ਆਪ 'ਚ ਨਾਵਲ ਦਾ ਵਿਸ਼ਾ ਹੈ। ਕਹਾਣੀ 'ਚ ਤਾਂ ਇਹਨੂੰ ਸਮੇਟਣਾ ਬੜਾ ਔਖਾ ਹੈ। ਨਹੀਂ, ਮੈਨੂੰ ਮੇਰੀ ਸਾਰੀ ਕਹਾਣੀ ਦੇ ਬਾਰੇ ਲਿਖਿਆ ਹੀ ਇੱਦਾਂ ਗਿਆ ਜੀ, ਪਰ ਮੈਂ ਥੋੜ੍ਹੀ ਗੱਲ ਕਰਦਾ ਜੀ। ਇਹ ਜ਼ਰੂਰ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿਹੜੇ ਦਰਸ਼ਕ ਵੀ, ਤੁਸੀਂ ਦੱਸਿਆ ਕਾਫੀ ਲੰਬਾ ਵਿਸ਼ਾ, ਤਾਂ ਜ਼ਰੂਰ ਇਹ ਕਿਤਾਬ ਲੈ ਕੇ ਉਹ ਇਹਦੇ 'ਤੇ ਇਹਨੂੰ ਪੜ੍ਹਨ, ਤਾਂ ਜੋ ਇਹ ਚੀਜ਼ ਨੂੰ ਉਹ ਕਰ ਸਕਣ। ਕਿਉਂਕਿ ਜੇ ਆਪਾਂ ਗੱਲ ਕਰਦੇ ਹਾਂ, ਸ਼ਾਇਦ ਮੈਨੂੰ ਨਹੀਂ ਲੱਗਦਾ ਆਪਣਾ 1-2 ਘੰਟੇ 'ਚ ਇਹਦੇ 'ਤੇ ਗੱਲ। ਨਹੀਂ, 1 ਮਿੰਟ 'ਚ ਮੈਂ ਗੱਲ ਨਿਬੇੜਦਾ ਜੀ। ਇਹ ਨਹੀਂ ਗੱਲ ਹੈਗੀ ਜੀ, ਮੈਂ ਤਾਂ 1 ਮਿੰਟ 'ਚ ਨਿਬੇੜ ਦੇਣੀ, ਤੁਸੀਂ ਮੈਂ ਗੱਲ ਨੂੰ ਉਹਨੂੰ ਕਲੋਜ਼ ਕਰ ਦੇਣਾ ਜੀ। ਤਾਂ ਉਹਦੇ ਵਿੱਚ ਜਿਹੜਾ ਇਹ ਕਾਲ ਹੈਗਾ, ਇਹਦੇ ਵਿੱਚ ਮਹਾਂਭਾਰਤ ਲਿਖਿਆ ਜਾਂਦਾ, ਇਹਦੇ ਵਿੱਚ ਰਾਮਾਇਣ ਲਿਖੀ ਜਾਂਦੀ ਹੈ। ਇਹ ਜਿਹੜੇ ਪਾਤਰ ਨੇ, ਕਰਨ ਪਾਤਰ ਇਹਦੇ ਵਿੱਚ ਜੀ। ਹੁਣ ਕਰਨ ਪਾਤਰ ਦਾ ਕਸੂਰ ਕੀ ਹੈ ਕਿ ਉਹਦੇ ਕੁੰਤੀ 'ਤੇ ਪੈਦਾ ਹੋਇਆ, ਕੁਆਰੀ 'ਤੇ ਪੈਦਾ ਹੋਇਆ। ਤਾਂ ਉਸ ਵੇਲੇ ਜਿਹੜੀ ਨਾ ਪ੍ਰਥਾ ਸੀ, ਇੱਕ ਨਿਯੋਗ ਪ੍ਰਥਾ ਪਹਿਲਾਂ ਚੱਲੀ ਆ ਰਹੀ ਹੈ। ਜਿਹੜੀ ਮੇਰੀ ਚੀਜ਼ ਕਾਰਨ ਕਹਾਣੀ ਹੈ ਨਾ, ਇਹ ਵੀ ਜੇ ਇਸ ਨੂੰ ਦੇਖਿਆ ਜਾਵੇ, ਇਹ ਇਸਤਰੀ ਦੀ ਸਥਿਤੀ ਨੂੰ ਮੈਂ ਉਦੋਂ ਲਿਆ ਜਦੋਂ ਕਿ ਉਹ ਮਾਤਾ ਪ੍ਰਧਾਨ ਸਮਾਜ ਸੀ। ਅਤੇ ਮਾਤਾ ਪ੍ਰਧਾਨ ਸਮਾਜ ਹੈ, ਉਹਦੇ ਵਿੱਚ ਜਿਹੜੇ ਰਿਸ਼ੀ ਨੇ, ਇੱਕ ਜਿਹੜੀ ਔਰਤ ਹੈ ਨਾ, ਚਾਹੇ ਉਹ ਵਿਆਹੀ ਹੈ ਚਾਹੇ ਕੁਆਰੀ ਹੈ, ਉਹਦੇ ਬੱਚਿਆਂ ਨੂੰ ਕੀ ਮਿਲਦੀ ਸੀ, ਮਾਨਤਾ ਜੀ। ਇਹ ਕੀ ਹੋਇਆ, ਸਭ ਤੋਂ ਪਹਿਲਾਂ ਮਾਨਤਾ ਨੂੰ ਤੋੜਿਆ ਗਿਆ। ਉਹਨੂੰ ਇਹ ਕਿਹਾ ਗਿਆ ਕਿ ਸ਼ਾਦੀਆਂ ਵਰਨ 'ਚ ਹੋਣਗੀਆਂ, ਪਹਿਲਾਂ ਨਹੀਂ ਸੀ। ਸੋ ਅੱਜ ਦੇ ਸਾਹਿਤ ਦੇ ਸੰਗ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਸਰੂਪ ਸਿਆਲਵੀ ਜੀ ਉਹਨਾਂ ਦੇ ਨਾਲ, ਜਿਨ੍ਹਾਂ ਨੇ ਆਪਣੇ ਕਲਮ ਦੇ ਸਫ਼ਰ ਬਾਰੇ ਅਤੇ ਕਿਤਾਬਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੀਆਂ ਜੋ ਕਹਾਣੀਆਂ ਨੇ, ਉਹ ਜ਼ਿਆਦਾਤਰ ਸਮਾਜ ਦਾ ਉਹ ਵਰਗ ਜਿਸ ਨੂੰ ਕਿਤੇ ਨਾ ਕਿਤੇ ਦਲਿਤ ਵਰਗ ਜਾਂ ਪਛੜੇ ਹੋਏ ਵਰਗ ਵੀ ਕਿਹਾ ਜਾਂਦਾ, ਉਹਨਾਂ ਨੇ ਕੀ ਸੰਤਾਪ ਹੰਢਾਇਆ, ਕੀ ਕੁਝ ਨਾਲ ਵਾਪਰ ਰਿਹਾ, ਉਹਨਾਂ ਦੀ ਗੱਲ ਕੀਤੀ ਹੈ। ਭਾਵੇਂ ਕਹਿ ਦਈਏ ਜ਼ਿੰਦਗੀ ਬਦਲ ਰਹੀ ਹੈ, ਬੜੀ ਤੇਜ਼ੀ ਦੇ ਨਾਲ ਦੁਨੀਆ ਬਦਲ ਰਹੀ ਹੈ, ਪਰ ਫਿਰ ਵੀ ਜੋ ਵੰਡਾਂ ਨੇ ਜੋ ਦਿਲਾਂ ਦੇ ਵਿੱਚ ਪਈਆਂ ਹੋਈਆਂ ਨੇ, ਉਹ ਅੱਜ ਵੀ ਸ਼ਾਇਦ ਦੂਰ ਨਹੀਂ ਹੋਈਆਂ। ਭਾਵੇਂ ਇਸ ਦਾ ਦਿਖਾਵਾ ਤਾਂ ਕੀਤਾ ਜਾਂਦਾ, ਪਰ ਅਸਲੀਅਤ ਕੁਝ ਹੋਰ ਵੀ ਆ। ਸੋ ਉਹਨਾਂ ਦੀਆਂ ਕਹਾਣੀਆਂ ਦੇ ਵਿੱਚ ਇਹ ਜੋ ਕੌੜਾ ਸੱਚ ਹੈ, ਉਹ ਬਿਆਨ ਕਰਦੀਆਂ ਨੇ। ਉਮੀਦ ਕਰਦੇ ਹਾਂ ਕਿ ਦਰਸ਼ਕਾਂ ਨੇ ਇਸ ਗੱਲਬਾਤ ਦਾ ਆਨੰਦ ਮਾਣਿਆ ਹੋਵੇਗਾ। ਸੋ ਇਸੇ ਤਰ੍ਹਾਂ ਇੱਕ ਨਵੇਂ ਪ੍ਰੋਗਰਾਮ ਦੇ ਵਿੱਚ ਫਿਰ ਤੋਂ ਹਾਜ਼ਰ ਹੋਵਾਂਗੇ। ਤੁਸੀਂ ਜਦ ਤੱਕ ਬਣੇ ਰਹੋ ਵਿਜ਼ਨ ਪੰਜਾਬ ਦੇ ਨਾਲ, ਹਰ ਕਦਮ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ।